नानक की प्रभ बेनती अपनी भगति लाए। बाणी गुरु गुरु है बाणी बिच बाणी अमृत सारे। गुर बाणी कह सेवक जन मानै परतख गुरु निस्तारे। गुर बाणी कह सेवक जन मानै परतख गुरु निस्तारे। सतनाम श्री वाहिगुरु साहिब जी। श्री राग महला तीजा। सुन सुन काम गहेलिए क्या चल है बाहा लुढ़ाए। अपना पिर ना पछान ही क्या मोह देश है जाए। सुन सुन काम गहेलिए। सतगुरु जोगो जोग अटल तख्त चबर छत्र जी दे मालक दसां पातशाहियां दी आत्मक जोत सारी दुनिया दे सांझे सतगुरु साहिब श्री गुरु ग्रंथ साहिब सच्चे पातशाह जी दी पावन पवित्र हजूरी दे विच जुड़ बैठी सरबत गुरु रूप साध संगत जी। आओ सारे गज बज के आखो वाहिगुरु जी का खालसा वाहिगुरु जी की फतेह। आप जी ने दासां तो पहला बहुत ही गुरमुख प्यारे रागी सिंह सहबानां दी रसना तो गुरबाणी दा बहुत ही रस भिन्ना कीर्तन सरवण कीता है। कलयुग मह कीर्तन प्रधाना गुरमुख जपीए लाए ध्याना। ऐसे कीर्तन की प्रथाए बचन आउंदे है। कथा बारे की कहा सब ते उत्तम हर की कथा। नाम सुनत दर्द दुख लथा। हरि परमेश्वर की कथा सब तो उत्तम है। नहीं तुल राम नाम विचार। वाहिगुरु परमेश्वर दे नाम दे तुल होर कोई भी विचार नहीं। ब्रह्म विद्या तो वड्डी कोई विद्या नहीं। सो कथा नूं सुन के नाम नूं सुन के नाम सुनत दर्द साडे अंदर एक दर्द हुंदा है ईरखा दा दर्द वो भी मिट जाता है। ईरखा रूपी दर्द दुख जमन मरण का दुख साडे गल पिया। बार बार जमी जाने ते बार बार मरी जाने। कदे किसे जूनी च कदे किसे जूनी च। 84 लाख जौन अपाई मानस को प्रभ दे देई वड़ियाई। 84 लाख जूनी दे विचों मानुख नूं सर्वोत्तम जाणिया जांदा हैगा। सो जमन मरण का दुख ईरखा रूपी दर्द जिहड़ा हरि परमेश्वर की कथा सुन के कट्टिया जाता है। रागां विच श्री राग है जे सच धरे प्यार। श्री राग की कथा चल रही है। 37 अंग ते कथा है। 37 तो 38 अंग तक अज आपां शब्द की विचार करनी है। गुरु अमरदास पातशाह जिन्हां दे बारे बचन आउंदे हन। भले अमरदास गुण तेरे तेरी उपमा तोहे बन आवै। गुरु अमरदास पातशाह सानू कलयुग दे जीवां नूं की उपदेश बख्शदे है। जिवें कल आपने सुनिया सी सिखां ने प्रश्न किया कि सृष्टि की रचना बारे दसो।
ਕਿਸਨੇ ਰਚੀ ਸ੍ਰਿਸ਼ਟੀ। ਤਾਂ ਮਹਾਰਾਜ ਨੇ ਕਹਿ ਦਿੱਤਾ ਸੀ, ਭਾਈ ਆਪੇ ਕਾਰਨ ਕਰਤਾ ਕਰੈ, ਸ੍ਰਿਸ਼ਟ ਦੇਖੇ ਆਪ ਉਪਾਏ। ਕਰਤਾ ਵੀ ਆਪ ਹੈ ਅਤੇ ਕਾਰਨ ਵੀ ਉਹ ਆਪ ਹੀ ਬਣਦਾ ਹੈ। ਫਿਰ ਸ੍ਰਿਸ਼ਟੀ ਦੀ ਰਚਨਾ ਕਰਕੇ ਵੇਖਣ ਵਾਲਾ ਵੀ ਉਹ ਆਪ ਹੀ ਹੈ। ਵਾਹਿਗੁਰੂ ਇਹ ਜਾਣਦਾ ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ, ਹੋਰ ਨਹੀਂ ਕੋਈ ਜਾਣ ਸਕਦਾ। ਜਾ ਕਰਤਾ ਸ੍ਰਿਸ਼ਟੀ ਕੋ ਸਾਜੈ, ਆਪੇ ਜਾਣੈ ਸੋਈ। ਸੋ ਅੱਜ ਸਤਿਗੁਰੂ ਮਹਾਰਾਜ ਜੀਵ ਇਸਤਰੀ ਨੂੰ, ਆਪਾਂ ਸਾਰੇ ਜੀਵ ਰੂਪ ਇਸਤਰੀ ਹਾਂ, ਸਾਡਾ ਸਾਰਿਆਂ ਦਾ ਪਤੀ ਹੈ ਜੋ ਪਰਮੇਸ਼ਰ ਹੈ। ਇਸ ਸ਼ਬਦ ਵਿੱਚ ਜੀਵ ਰੂਪ ਇਸਤਰੀ ਨੂੰ ਕੀ ਉਪਦੇਸ਼ ਦਿੰਦੇ ਹੈ, ਆਓ ਨਾਲ ਦੇ ਸਿੰਘ ਸਾਹਿਬਾਨ ਭਾਈ ਖੁਸ਼ਦੀਪ ਸਿੰਘ ਜੋ ਕਿ ਹੁਣੇ 3 ਸਾਲ ਆਪਣੀ ਸਟੱਡੀ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਤੋਂ ਪੂਰੀ ਕਰਕੇ ਆਏ ਹੈ, ਉਹ ਗੁਰਬਾਣੀ ਦਾ ਪਾਠ ਕਰਨਗੇ। ਜਿੰਨੀ ਕੁ ਦਾਸ ਨੂੰ ਅਕਾਲ ਪੁਰਖ ਨੇ ਬੁੱਧੀ ਬਖਸ਼ਿਸ਼ ਕੀਤੀ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਉਹਦੇ ਮੁਤਾਬਕ ਅਰਥ ਕਰਨ ਦਾ ਆਪਾਂ ਯਤਨ ਕਰਾਂਗੇ। ਕਰੋ ਯਤਨ ਜੇ ਹੋਏ ਮਿਹਰਬਾਨਾ, ਕੀ ਜੀਵ ਇਸਤਰੀ ਨੂੰ ਸਤਿਗੁਰੂ ਉਪਦੇਸ਼ ਬਖਸ਼ਦੇ ਹਨ। ਆਓ ਜੀ ਸਰਵਣ ਕਰੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਸ਼੍ਰੀ ਰਾਗ ਹੈ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਬਚਨ ਕਰ ਰਹੇ ਹਨ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲਹਿ ਬਾਹ ਲੁਢਾਏ। ਹੇ ਜੀਵ ਇਸਤਰੀਏ, ਕਾਮ ਗਹੇਲੀਏ, ਗਹੇਲੀਏ ਦਾ ਅਰਥ ਪਕੜਿਆ ਹੋਣਾ। ਹੇ ਬਾਸ਼ਨਾ ਦੀ ਪਕੜੀ ਹੋਈ ਜੀਵ ਇਸਤਰੀਏ, ਕਾਮ ਦੀ ਪਕੜੀ ਹੋਈ ਜੀਵ ਇਸਤਰੀਏ, ਪੰਜੇ ਚੋਰਾਂ ਦੀ ਪਕੜੀ ਹੋਈ ਜੀਵ ਇਸਤਰੀਏ, 5 ਪ੍ਰਕਾਰ ਦੇ ਚੋਰ ਤੇ 5 ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ, ਇਹਨਾਂ ਵਿਸ਼ੇ ਵਿਕਾਰਾਂ ਦੀ ਪਕੜੀ ਹੋਈ ਜੀਵ ਇਸਤਰੀਏ, ਤੂੰ ਸੰਸਾਰ ਦੇ ਵਿੱਚ ਇਉਂ ਬਾਹਾਂ ਫਲਾ ਫਲਾ ਕੇ ਤੁਰੀ ਫਿਰਦੀ ਹੈ ਕਿ ਜਿਵੇਂ ਤੈਂ ਮਰਨਾ ਹੀ ਨਹੀਂ ਹੁੰਦਾ। ਆਪਣੀ ਹਾਲਤ ਇਹ ਹੈ, ਜੀਵ ਇਸਤਰੀ ਦੇ ਵਿੱਚ ਮਨੁੱਖ ਵੀ ਆ ਗਏ, ਪੁਰਸ਼ ਵੀ ਆ ਗਏ ਤੇ ਇਸਤਰੀ ਵੀ ਆ ਗਈ। ਆਪਣਾ ਠਾਕਰ ਏਕ ਸਵਾਈ ਨਾਰ, ਆਪਣਾ ਸਾਰਿਆਂ ਦਾ ਪਤੀ ਪਰਮੇਸ਼ਰ ਹੈ, ਆਪਾਂ ਸਾਰੇ ਉਹਦੀਆਂ ਇਸਤਰੀਆਂ ਹਾਂ। ਸੋ ਸਤਿਗੁਰੂ ਕਹਿੰਦੇ ਨੇ, ਹੇ ਜੀਵ ਇਸਤਰੀਏ, ਕਾਮ ਦੀ ਪਕੜੀ ਹੋਈ ਏ ਬਾਸ਼ਨਾਵਾਂ ਦੀ, ਕਿਆ ਚੱਲਹਿ ਬਾਹਾ ਲੋੜਾਏ, ਕੀ ਬਾਹਾਂ ਫਲਾ ਫਲਾ ਕੇ ਬੇਪਰਵਾਹੀ ਦੇ ਵਿੱਚ ਤੁਰਦੀ ਫਿਰ ਰਹੀ ਹੈ। ਹੇ ਜੀਵ ਇਸਤਰੀਏ, ਤੈਨੂੰ ਮਰਨਾ ਭੁੱਲ ਗਿਆ, ਇਸ ਕਰਕੇ ਵਿਸ਼ੇ ਵਿਕਾਰਾਂ 'ਚ ਪੈ ਕੇ ਪ੍ਰਵਿਰਤ ਹੋ ਕਰਕੇ ਬਾਹਾਂ ਫਲਾ ਫਲਾ ਕੇ ਜੀਵ ਤੁਰ ਰਿਹਾ, ਮਰਨਾ ਚੇਤੇ ਨਹੀਂ। ਜਿਸ ਮਨੁੱਖ ਦੇ ਮੌਤ ਯਾਦ ਹੈ, ਕੁਦਰਤੀ ਗੱਲ ਹੈ, ਉਹਦੇ ਰੱਬ ਵੀ ਯਾਦ ਹੁੰਦਾ ਹੈ। ਉਹ ਗਲਤ ਕੰਮ ਵੀ ਨਹੀਂ ਕਰਦਾ। ਜਦੋਂ ਮਨੁੱਖ ਨੂੰ ਮਰਨਾ ਭੁੱਲ ਜਾਂਦਾ ਹੈ, ਉਦੋਂ ਮਨੁੱਖ ਗਲਤ ਕੰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦਾ ਹੈ, ਵਿਸ਼ੇ ਵਿਕਾਰਾਂ 'ਚ ਪ੍ਰਵਿਰਤ ਹੋ ਜਾਂਦਾ ਹੈ। ਸੋ ਹੇ ਜੀਵ ਰੂਪ ਇਸਤਰੀਏ, ਤੂੰ ਕਾਮ ਦੀ ਪਕੜੀ ਹੋਈ ਜੀਵ ਇਸਤਰੀਏ, ਵਿਸ਼ੇ ਵਿਕਾਰਾਂ ਦੀ ਪਕੜੀ ਹੋਈ ਜੀਵ ਇਸਤਰੀਏ, ਇੱਕ ਨਾ ਨੂੰ ਸਭ ਸੋਝੀ ਆਈ। ਕਈ ਜੀਵ ਇਸਤਰੀਆਂ ਨੂੰ ਗੁਰੂ ਦੀ ਕਿਰਪਾ ਨਾਲ ਸੋਝੀ ਆ ਜਾਂਦੀ ਹੈ, ਉਹ ਪਤੀ ਦੀ ਪ੍ਰਾਪਤੀ ਰੂਪ ਸੇਜਾ ਦਾ ਆਨੰਦ ਪ੍ਰਾਪਤ ਕਰਦੀਆਂ ਹਨ। ਤੇ ਜਿਨ੍ਹਾਂ ਨੂੰ ਸੋਝੀ ਨਹੀਂ ਆਉਂਦੀ, ਇੱਕ ਫਿਰਦੇ ਬੇਪਰਵਾਹ, ਉਹ ਬੇਪਰਵਾਹ ਤੁਰੇ ਫਿਰਦੇ ਰਹਿੰਦੇ ਹੈ। ਉਹ ਕਹਿੰਦੇ ਆ ਵੀ ਖਾਓ ਪੀਓ ਐਸ਼ ਕਰੋ, ਇੱਕ ਦਿਨ ਮਰ ਜਾਣਾ। ਇਹ ਕਹਾਵਤ ਹੈ, ਬੜਿਆਂ ਤੋਂ ਸੁਣਿਆ, ਕਹਿੰਦੇ ਖਾਓ ਪੀਓ ਐਸ਼ ਕਰੋ, ਇੱਕ ਦਿਨ ਮਰੇ ਜਾਣਾ। ਤੇ ਮਰਨਾ ਤਾਂ ਫਿਰ ਸਾਧ ਸੰਗਤ ਜੀ ਖਾਂਦੇ ਪੀਂਦੇ ਸੌਂਦੇ ਤਾਂ ਪਸ਼ੂ ਵੀ ਨੇ। ਫਿਰ ਸਾਡੇ ਤੇ ਪਸ਼ੂਆਂ 'ਚ ਕੀ ਫਰਕ ਹੋਇਆ। ਸਤਿਗੁਰੂ ਕਹਿੰਦੇ ਆ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਖਾਣਾ ਪੀਣਾ ਹੱਸਣਾ ਸੌਣਾ ਨੱਚਣਾ ਟੱਪਣਾ ਤਾਂ ਯਾਦ ਰਹਿ ਗਿਆ, ਪਰ ਭਾਈ ਤੈਨੂੰ ਮਰਨਾ ਭੁੱਲ ਗਿਆ ਵੀ ਇੱਕ ਦਿਨ ਸਰੀਰ ਨਾਸ਼ਵੰਤ ਹੈ।
ਇਹ ਛੱਡ ਕੇ ਜਾਣਾ ਪਊ ਸੰਸਾਰ ਨੂੰ। ਇਸ ਕਰਕੇ ਇਹ ਬਾਸ਼ਨਾਵਾਂ ਦੀ ਕਾਮ ਦੀ ਪਕੜੀ ਹੋਈ ਏ ਜੀਵ ਇਸਤਰੀਏ, ਤੂੰ ਬੇਪਰਵਾਹੀ ਦੇ ਵਿੱਚ ਤੁਰੀ ਫਿਰਦੀ ਹੈ ਦਿਨ ਰਾਤ ਬਾਹਾਂ ਫਲਾ ਫਲਾ ਕੇ, ਤੈਨੂੰ ਮਰਨਾ ਚੇਤੇ ਨਹੀਂ। ਇਹ ਸਤਿਗੁਰੂ ਮਹਾਰਾਜ ਜਿਹੜੇ ਬੇਪਰਵਾਹ ਹੋ ਕੇ ਤੁਰੇ ਫਿਰਦੇ ਨੇ, ਨਾ ਗੁਰਦੁਆਰੇ ਆਉਣਾ ਨਾ ਸਤਸੰਗ ਕਰਨਾ, ਇਹ ਪੰਗਤੀ ਉਹਨਾਂ ਲਈ ਸਤਿਗੁਰੂ ਮਹਾਰਾਜ ਉਸ ਲੋਕਾਂ ਨੂੰ ਉਹਨਾਂ ਨੂੰ ਉਪਦੇਸ਼ ਦੇ ਰਹੇ ਹਨ। ਆਪਣਾ ਪਿਰ ਨਾ ਪਛਾਣਹੀ, ਕਿਆ ਮੋਹ ਦੇ ਸਹਿ ਜਾਏ। ਪਿਰ ਨਾਮ ਪਤੀ ਦਾ ਹੈ। ਹੇ ਜੀਵ ਇਸਤਰੀਏ, ਤੂੰ ਆਪਣੇ ਪਤੀ ਪਰਮੇਸ਼ਰ ਨੂੰ ਪਛਾਣਿਆ ਨਹੀਂ, ਪਤੀ ਪਰਮੇਸ਼ਰ ਦੇ ਨਾਮ ਨੂੰ ਤਾਂ ਜਪਿਆ ਨਹੀਂ, ਪਤੀ ਪਰਮੇਸ਼ਰ ਦੇ ਨਾਮ ਨੂੰ ਜਪਣ ਕਰਕੇ ਉਹਦੀ ਪ੍ਰਾਪਤੀ ਰੂਪੀ ਸੇਜਾ ਦਾ ਆਨੰਦ ਨਹੀਂ ਮਾਣਿਆ, ਸਿਮਰਨ ਨਹੀਂ ਕੀਤਾ, ਦਿਨ ਰਾਤ ਬਸ ਖਾਣਾ ਪੀਣਾ ਸੌਣਾ ਹੱਸਣਾ ਨੱਚਣਾ ਟੱਪਣਾ ਯਾਦ ਰਹਿ ਗਿਆ। ਆ ਕਈ ਗੁਰਬਾਣੀ ਦੇ ਗਲਤ ਅਰਥ ਕਰਦੇ ਐ, ਜਿਹੜੇ ਬਹੁਤਾ ਨੱਚਦੇ ਟੱਪਦੇ ਨੇ ਗੰਦੇ ਗਾਣਿਆਂ ਤੇ, ਕਹਿ ਦਿੰਦੇ ਆ ਜੀ ਬਾਣੀ 'ਚ ਵੀ ਲਿਖਿਆ ਨੱਚਣ ਕੁੱਦਣ ਮਣਕਾ ਚਾਓ। ਅਗਲੀ ਪੰਗਤੀ ਵੀ ਪੜ੍ਹ ਲਿਆ ਕਰੋ। ਇਹਦਾ ਮਤਲਬ ਹੈ ਮਨ ਦੇ ਚਾਅ ਨੇ ਨੱਚਣਾ ਟੱਪਣਾ, ਗੁਰਬਾਣੀ ਨਹੀਂ ਆਗਿਆ ਦਿੰਦੀ। ਜਿਹੜਾ ਮਨ ਦੇ ਪਿੱਛੇ ਲੱਗ ਗਿਆ ਉਹਨੂੰ ਮਨਮੁਖ ਕਹਿੰਦੇ ਆ, ਜਿਹੜਾ ਗੁਰੂ ਦਾ ਪੱਲਾ ਫੜਦਾ ਉਹਨੂੰ ਗੁਰਮੁਖ ਕਹਿੰਦੇ ਆ। ਇਸ ਕਰਕੇ ਗੁਰਬਾਣੀ ਦਾ ਗਲਤ ਅਰਥ ਨਹੀਂ ਕਰਨਾ ਆਪਣੇ ਸਵਾਰਥ ਵਾਸਤੇ। ਸੋ ਸਤਿਗੁਰੂ ਕਹਿੰਦੇ ਨੇ ਆਪਣਾ ਪਿਰ ਨਾ ਪਛਾਣਹੀ, ਤਾਂ ਆਪਣੇ ਪਿਰ ਪਤੀ ਨੂੰ ਪਛਾਣਿਆ ਨਹੀਂ ਜੀਵ ਇਸਤਰੀਏ। ਤੇ ਜਦੋਂ ਫਿਰ ਸਰੀਰ ਛੱਡ ਕੇ ਪਰਲੋਕ ਨੂੰ ਤੈਂ ਗਮਨ ਕਰਨਾ, ਉੱਥੇ ਕਿਹੜੇ ਮੂੰਹ ਲੈ ਕੇ ਦਰਗਾਹ ਨੂੰ ਜਾਵੇਂਗੀ ਤੂੰ। ਜਦੋਂ ਧਰਮਰਾਏ ਨੇ ਲੇਖਾ ਮੰਗਿਆ, ਧਰਮਰਾਏ ਜਬ ਲੇਖਾ ਮੰਗਾ ਤਬ ਕੌਣ ਪੜਦਾ ਤੇਰਾ ਢੱਕ ਹੈ। ਕਈ ਕਹਿ ਦਿੰਦੇ ਆ ਜੀ ਐਵੇਂ ਡਰਾਈ ਜਾਂਦੇ ਨੇ, ਕੋਈ ਧਰਮ ਰਾਜਾ ਨਹੀਂ ਹੁੰਦਾ, ਕੋਈ ਜਮਦੂਤ ਨਹੀਂ ਹੁੰਦਾ। ਅੱਜ ਕੱਲ੍ਹ ਦੇ ਤਰਕਵਾਦੀ ਪ੍ਰਚਾਰਕ ਕਹਿੰਦੇ ਫਿਰਦੇ ਆ ਗੁਰਬਾਣੀ ਤਾਂ ਜਗ੍ਹਾ ਜਗ੍ਹਾ ਜ਼ਿਕਰ ਕਰਦੀ ਹੈ। ਭਗਤ ਕਬੀਰ ਸਾਹਿਬ ਨੂੰ ਜਦੋਂ ਗੁਰੂ ਨਾਨਕ ਮਿਲੇ ਹੈ, ਉਦੋਂ ਕਬੀਰ ਸਾਹਿਬ ਨੇ ਕਿਹਾ ਸੀ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ। ਜਮਾਂ ਦੀ ਮਾਰ ਬੜੀ ਬੁਰੀ ਹੈ, ਤੇ ਪਰ ਹੁਣ ਗੁਰੂ ਨਾਨਕ ਰੂਪ ਸਾਧੂ ਮੈਨੂੰ ਮਿਲ ਗਏ ਹੈ, ਹੁਣ ਮੈਨੂੰ ਜਮਾਂ ਦੀ ਮਾਰ ਦਾ ਡਰ ਨਹੀਂ ਰਿਹਾ। ਕਿੱਡੀ ਵੱਡੀ ਬਾਬਾ ਕਬੀਰ ਸਾਹਿਬ ਜੀ ਦੀ ਭਗਤੀ। 15 ਭਗਤਾਂ ਦੇ ਵਿੱਚੋਂ ਸਾਰਿਆਂ ਤੋਂ ਵੱਧ ਬਾਣੀ ਭਗਤ ਕਬੀਰ ਸਾਹਿਬ ਦੀ, ਲਗਭਗ 532 ਦੇ ਨੇੜੇ ਤੇੜੇ ਸ਼ਬਦ ਸਲੋਕ ਹੈ। ਐਡੇ ਮਹਾਂਪੁਰਸ਼ੇ ਬਚਨ ਕਹਿ ਰਹੇ ਹੈ। ਆਪਾਂ ਕਹਿ ਦਿੰਦੇ ਹਾਂ ਕੋਈ ਜਮਦੂਤ ਨਹੀਂ, ਕੋਈ ਧਰਮ ਰਾਜਾ ਨਹੀਂ। ਗੁਰਬਾਣੀ 'ਚ ਤਾਂ ਜਗ੍ਹਾ ਜਗ੍ਹਾ ਕਿਹਾ ਕਿ ਜਿਹੜਾ ਸਤਸੰਗ ਕਰਦਾ ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਸੰਗ ਸੋਭਾ ਸੁਰਦੇਵਾ। ਜਿਵੇਂ ਆਹ ਦੁਨੀਆ ਹੈ ਨਾ, ਇਸ ਤਰ੍ਹਾਂ ਉਹ ਵੀ ਇੱਕ ਦੁਨੀਆ ਹੈ, ਉਹ ਵੀ ਇੱਕ ਸੰਸਾਰ ਹੈ ਜਿਹੜਾ ਇਹਨਾਂ ਨੰਗੀਆਂ ਅੱਖਾਂ ਦੇ ਨਾਲ ਨਹੀਂ ਵੇਖਦਾ, ਦਿਵ ਦ੍ਰਿਸ਼ਟੀ ਨਾਲ ਹੀ ਦੇਖਿਆ ਜਾਂਦਾ ਹੈ। ਗੁਰਬਾਣੀ ਦੇ ਵਿੱਚ ਜੋ ਲਿਖਿਆ ਤਿੰਨ ਕਾਲ ਸੱਤ ਹੈ, ਜੋ ਸਾਡੇ ਮਹਾਂਪੁਰਸ਼ਾਂ ਨੇ ਭਗਤਾਂ ਨੇ ਗੁਰੂਆਂ ਨੇ ਲਿਖਿਆ। ਸੰਤਨ ਕੀ ਸੁਨ ਸਾਚੀ ਸਾਖੀ, ਜੋ ਬੋਲ ਹੈ ਸੋ ਪੇਖੈ ਆਖੀ। ਜੋ ਸਾਡੇ ਗੁਰੂਆਂ ਮਹਾਂਪੁਰਸ਼ਾਂ ਨੇ ਅੱਖਾਂ ਨਾਲ ਦੇਖਿਆ ਉਹੀ ਗੁਰਬਾਣੀ ਦੇ ਵਿੱਚ ਲਿਖਿਆ ਸਾਧ ਸੰਗਤ ਜੀ, ਜੋ ਅਨੁਭਵ ਦੇ ਨੇਤਰਾਂ ਨਾਲ ਦੇਖਿਆ। ਹੁਣ ਆਪਣਾ ਲੈਵਲ ਹੈ ਨਹੀਂ, ਬੱਚਾ ਹੋਵੇ ਨਰਸਰੀ ਕਲਾਸ ਦਾ ਤੇ ਟੀਕਾ ਟਿੱਪਣੀ ਕਰੇ ਐਮਏ ਵਾਲੇ ਤੇ PhD ਵਾਲੇ ਤੇ ਸ਼ੋਭਾ ਨਹੀਂ ਦਿੰਦਾ। ਉਹ ਤਾਂ ਬ੍ਰਹਮ ਗਿਆਨ ਦੀਆਂ ਵੱਡੀਆਂ ਵੱਡੀਆਂ ਡਿਗਰੀਆਂ, ਵੱਡੀਆਂ ਵੱਡੀਆਂ ਅਵਸਥਾਵਾਂ ਸੀ ਉਹਨਾਂ ਦੀਆਂ, ਜਿਨ੍ਹਾਂ ਦੀ ਬਾਣੀ ਦਰਜ ਹੈ, ਬ੍ਰਹਮ ਦੀ ਵਿਚਾਰ ਹੈ ਸਾਰੀ ਬਾਣੀ। ਸੋ ਇਸ ਕਰਕੇ ਆਪਾਂ ਉਹਨਾਂ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰੀਏ। ਸਾਧ ਸੰਗਤ ਜੀ ਕਿੱਥੇ ਭਲਾ ਹੋਵੇਗਾ। ਧਰਮ ਰਾਜਾ ਵੀ ਹੈ, ਜਮ ਵੀ ਹੈ, ਪਰਲੋਕ ਵੀ ਹੈ। ਸੋ ਮਹਾਰਾਜ ਕਹਿ ਰਹੇ ਹੈ ਗੁਰੂ ਅਮਰਦਾਸ, ਹੇ ਜੀਵ ਇਸਤਰੀਏ ਤੈਂ ਆਪਣੇ ਪਤੀ ਪਰਮੇਸ਼ਰ ਨੂੰ ਪਛਾਣਿਆ ਨਹੀਂ, ਉਹਦੀ ਪ੍ਰਾਪਤੀ ਰੂਪ ਸੇਜਾ ਦਾ ਆਨੰਦ ਨਹੀਂ ਮਾਣਿਆ। ਕਿਹੜਾ ਮੂੰਹ ਲੈ ਕੇ ਤੂੰ ਪਰਲੋਕ ਵਿੱਚ ਜਾਵੇਂਗੀ ਜਦੋਂ ਧਰਮ ਰਾਜੇ ਦੇ ਸਾਹਮਣੇ ਤੈਨੂੰ ਪੇਸ਼ ਕੀਤਾ ਜਾਊ। ਧਰਮ ਰਾਏ ਜਬ ਲੇਖਾ ਮੰਗਾ ਤਬ ਕੌਣ ਪੜਦਾ ਤੇਰਾ ਢੱਕ ਹੈ। ਉੱਥੇ ਫਿਰ ਤੇਰਾ ਪੜਦਾ ਕੌਣ ਕੱਜੇਗਾ ਤੇਰੇ ਗੁਨਾਹਾਂ ਦਾ। ਕੀਤੇ ਹੋਏ ਗੁਨਾਹਾਂ ਦੇ ਮੁਤਾਬਕ ਤੈਨੂੰ ਸਜ਼ਾ ਮਿਲੇਗੀ। ਸੋ ਇਹੀ ਨਾ 24 ਘੰਟੇ ਸੋਚਿਆ ਕਰੀਏ ਵੀ ਖਾਓ ਪੀਓ ਐਸ਼ ਕਰੋ ਮਰ ਜਾਣਾ।
ਫਿਰ ਸਾਡੇ ਤੇ ਪਸ਼ੂਆਂ 'ਚ ਕੀ ਫਰਕ ਰਹਿ ਗਿਆ। ਇਸ ਕਰਕੇ ਆਓ ਸਤਿਗੁਰੂ ਕਹਿੰਦੇ ਭਾਈ ਫਿਰ ਕਿਹੜਾ ਮੂੰਹ ਲੈ ਕੇ ਹੇ ਜੀਵ ਤੂੰ ਨਾਮ ਜਪਦਾ ਨਹੀਂ, ਕਿਹੜਾ ਮੁਖ ਲੈ ਕੇ ਪ੍ਰਲੋਕ ਨੂੰ ਜਾਵੇਂਗਾ। ਜਿਨੀ ਸਖੀ ਕੰਤ ਪਛਾਣਿਆ ਹਉ ਤਿਨ ਕੈ ਲਾਗੋ ਪਾਏ। ਅੱਗੇ ਸਤਿਗੁਰੂ ਵਡਿਆਈ ਦਿੰਦੇ ਨੇ ਆਪਣੇ ਪਿਆਰਿਆਂ ਨੂੰ। ਜਿੰਨੀ ਸਖੀ, ਜਿਨ੍ਹਾਂ ਸੰਤ ਰੂਪ ਸਖੀਆਂ ਨੇ, ਜਿਨ੍ਹਾਂ ਮਹਾਤਮਾ ਨੇ ਉਸ ਪ੍ਰਭੂ ਨੂੰ ਪਛਾਣ ਲਿਆ, ਪ੍ਰਭੂ ਨੂੰ ਪ੍ਰਾਪਤ ਕਰ ਲਿਆ। ਮਹਾਰਾਜ ਆਪਣੇ ਪਿਆਰਿਆਂ ਨੂੰ ਵਡਿਆਈ ਦਿੰਦੇ ਕਹਿੰਦੇ ਐ, ਕਹਿੰਦੇ ਮੇਰਾ ਮਨ ਕਰਦਾ ਮੈਂ ਉਹਨਾਂ ਦੇ ਪੈਰ ਪਕੜ ਲਵਾਂ, ਉਹਨਾਂ ਦੇ ਪੈਰੀ ਪੈ ਜਾਵਾਂ। ਜਿਵੇਂ ਇਹ ਉੱਤਮ ਵਕਤੇ ਦੀ ਨਿਸ਼ਾਨੀ ਹੁੰਦੀ ਹੈ। ਸਾਧ ਸੰਗਤ ਜੀ, ਜਿਵੇਂ ਸੁਖਮਣੀ ਸਾਹਿਬ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਆ, ਗੁਰੂ ਅਰਜਨ ਸਾਹਿਬ ਪੰਜਵੇਂ ਜਾਮੇ 'ਚ ਜੋਤ ਤਾਂ ਇੱਕੋ ਹੀ ਸੀ ਨਾ, ਲਹਿਣੇ ਦੀ ਫੈਰਾਈ ਹੈ ਨਾਨਕਾ ਦੋਹੀ ਖੱਟੀ ਹੈ, ਜੋ ਤੂੰ ਹਾਂ ਜੁਗਤ ਸਾਏ ਸਹਿਕ ਆਇਆ ਫਿਰ ਪਲਟੀ ਹੈ। ਸਿਧਾਂਤ ਤਾਂ ਇੱਕੋ ਹੀ ਹੈ ਨਾ ਬਾਣੀ ਦਾ। ਪੰਜਵੇਂ ਜਾਮੇ 'ਚ ਕਹਿ ਦਿੱਤਾ ਸੁਖਮਣੀ ਸਾਹਿਬ ਦੇ ਵਿੱਚ, ਰੋਜ਼ਾਨਾ ਆਪ ਜੀ ਪੜ੍ਹਦੇ ਹੋ, ਕਾਂਖੀ ਏਕ ਹੈ ਦਰਸ ਤਿਹਾਰੋ, ਨਾਨਕ ਗੁਣ ਸੰਗ ਮੋਹਿ ਆਧਾਰੋ। ਕਾਂਖੀ ਤੋਂ ਭਾਵ ਇੱਛਾ। ਹੇ ਵਾਹਿਗੁਰੂ, ਜਿਨ੍ਹਾਂ ਦੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਇੱਛਾ ਹੈ, ਕਿਰਪਾ ਕਰਕੇ ਉਹਨਾਂ ਦੇ ਨਾਲ ਮੇਰਾ ਵੀ ਆਧਾਰ ਕਰ ਦੇ। ਸਤਿਗੁਰੂ ਤਾਂ ਆਪ ਤਾਰਨਹਾਰੇ ਹਨ, ਖੁਦ ਨਿਰੰਕਾਰ ਸਰੂਪ ਹਨ, ਪਰ ਇਹ ਨਿਮਰਤਾ ਹੈ ਸਤਿਗੁਰੂ ਪਾਤਸ਼ਾਹ ਦੀ। ਅੱਜ ਦੇ ਪਖੰਡੀ ਤੇ ਦੇਹਧਾਰੀ ਗੁਰੂ ਆਪਣੇ ਆਪ ਨੂੰ ਰੱਬ ਖਵਾਉਂਦੇ ਐ, ਤੇ ਸਤਿਗੁਰੂ ਮਹਾਰਾਜ ਕਹਿ ਰਹੇ ਆ ਮੇਰਾ ਉਹਨਾਂ ਦੇ ਸੰਗ ਉਧਾਰ ਕਰਦੇ। ਫਿਰ 10ਵੇਂ ਜਾਮੇ ਦੇ ਵਿੱਚ ਜਾ ਕੇ ਸ਼੍ਰੀ 10ਵੇਂ ਗ੍ਰੰਥ ਦੇ ਵਿੱਚ ਕਹਿ ਦਿੱਤਾ, ਜੋ ਹਮਕੋ ਪਰਮੇਸ਼ਰ ਉਚਰਾ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਇਹ ਨਹੀਂ ਵੀ ਜਿਹੜਾ ਕਲਗੀਧਰ ਨੂੰ ਪਰਮੇਸ਼ਰ ਕਹੂ ਨਰਕਾਂ 'ਚ ਪਊਗਾ, ਨਹੀਂ, ਇਹ ਸਤਿਗੁਰਾਂ ਦੀ ਨਿਮਰਤਾ ਹੈ। ਇਹਦਾ ਇਹ ਵੀ ਅਰਥ ਹੈ ਜੋ ਹਮਕੋ ਪਰਮੇਸ਼ਰ ਉਚਰਾ, ਜਿਹੜਾ ਆਪਣੇ ਆਪ ਨੂੰ ਰੱਬ ਅਖਵਾਵੇਗਾ ਉਹ ਨਰਕ ਦੇ ਕੁੰਡ ਵਿੱਚ ਪਵੇਗਾ। ਸਾਧ ਸੰਗਤ ਜੀ, ਅੱਜ ਇੱਥੇ ਰੱਬ ਅਖਵਾਉਣ ਵਾਲਿਆਂ ਦਾ ਕੋਈ ਘਾਟਾ ਨਹੀਂ। ਇੱਟ ਚੁੱਕੀ ਤੇ ਸਾਧ ਸੰਗਤ ਨਕਲੀ ਰੱਬ ਨਿਕਲਦਾ। ਜਗ੍ਹਾ ਜਗ੍ਹਾ ਦੇਹਧਾਰੀ ਪਖੰਡੀ ਲੋਕ ਬਹਿ ਗਏ ਆ ਗੱਦੀਆਂ ਲਾ ਕੇ। ਕੋਈ ਗੁਰਬਾਣੀ ਦੀ ਗੱਲ ਨਹੀਂ, ਪਰ ਇਹ ਪਖੰਡ ਥੋੜ੍ਹੇ ਸਮੇਂ ਲਈ ਉਹ ਚੱਲਦਾ ਹੁੰਦਾ। ਸੋ ਮਹਾਰਾਜ ਕਹਿੰਦੇ ਜਿੰਨੀ ਸਖੀ ਕੰਤ ਪਛਾਣਿਆ, ਜਿਨ੍ਹਾਂ ਸੰਤ ਰੂਪੀ ਸਖੀਆਂ ਨੇ, ਮਹਾਤਮਾ ਰੂਪੀ ਸਖੀਆਂ ਨੇ, ਬਾਬਾ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲੇ, ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਐਸੇ ਜਿਹੜੇ ਸੰਤ ਹਨ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਲਿਆ ਹੈ, ਹੋਂ ਤਿਨ ਕੈ ਲਾਗੋ ਪਾਏ, ਉਹਨਾਂ ਦੇ ਮੇਰਾ ਮਨ ਕਰਦਾ ਪੈਰੀ ਪੈ ਜਾਵਾਂ। 8ਵੀਂ ਅਸ਼ਟਪਦੀ ਸੁਖਮਣੀ ਸਾਹਿਬ ਦੀ ਹੈ। ਉਹਦੇ ਵਿੱਚ ਮਹਾਰਾਜ ਨੇ ਕਿਹਾ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਮਹੇਸ਼ਰ ਨਾਮ ਸ਼ਿਵ ਜੀ ਦਾ ਹੈ। ਦੂਜਾ ਇਹਦਾ ਅਰਥ ਇਹ ਵੀ ਆਪਾਂ ਕਰਾਂਗੇ ਮਹੀ ਈਸ਼ਰ। ਮਹੀ ਨਾਮ ਧਰਤੀ ਦਾ, ਈਸ਼ਰ ਨਾਮ ਰਾਜੇ। ਧਰਤੀ ਦੇ ਰਾਜੇ ਤੇ ਸ਼ਿਵ ਜੀ ਵਰਗੇ ਦੇਵਤੇ ਵੀ ਬ੍ਰਹਮ ਗਿਆਨੀਆਂ ਨੂੰ ਮੱਥਾ ਟੇਕਦੇ ਆ, ਬ੍ਰਹਮ ਗਿਆਨੀਆਂ ਨੂੰ ਲੱਭਦੇ ਫਿਰਦੇ ਹਨ। ਸੋ ਜਿਨ੍ਹਾਂ ਸੰਤ ਰੂਪੀ ਸਖੀਆਂ ਨੇ, ਮਹਾਤਮਾ ਰੂਪੀ ਸਖੀਆਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ, ਹੋ ਤਿਨਕੇ ਲਾਗੋ ਪਾਏ, ਸਾਡਾ ਮਨ ਕਰਦਾ ਉਹਨਾਂ ਦੇ ਚਰਨੀ ਪੈ ਜਾਈਏ। ਐਡੀ ਨਿਮਰਤਾ ਸਤਿਗੁਰੂ ਨਿਮਰਤਾ ਦੇ ਵਿੱਚ ਆ ਕੇ ਗੁਰੂ ਗਰੀਬ ਨਵਾਜ ਬਚਨ ਕਰ ਰਹੇ ਹਨ। ਤਿਨਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ। ਤਿਨਹੀ ਜੈਸੀ ਥੀ ਰਹਾ, ਤਿਨਹੀ ਜੈਸੀ, ਜਿੱਦਾਂ ਦੇ ਉਹ ਹੈਗੇ ਐ ਰੱਬ ਦੇ ਪਿਆਰੇ, ਤਿਨਹੀ ਜੈਸੀ ਥੀ ਰਹਾ, ਉਹਨਾਂ ਦੀ ਸੰਗਤ ਕਰਾਂ, ਉਹਨਾਂ ਦੇ ਪਾਸ ਬੈਠਾਂ। ਸਤ ਸੰਗਤ ਮੇਲ ਮਿਲਾਏ। ਇੱਕ ਹੁੰਦੀ ਹੈ ਸੰਗਤ, ਸੰਗਤ ਹੁੰਦੀ ਹੈ ਜਿੱਥੇ ਸਾਧ ਸੰਗਤ ਜੀ ਦੋ ਜਾਣੇ ਮਿਲ ਕੇ ਬੈਠ ਗਏ। ਸੰਗਤ ਬੁਰੀ ਸੰਗਤ ਵੀ ਹੋ ਸਕਦੀ ਹੈ, ਚੰਗੀ ਵੀ। ਅਵੋਇਡ ਦਾ ਬੈਡ ਕੰਪਨੀ, ਹਮੇਸ਼ਾ ਬੁਰੀ ਸੰਗਤ ਤੋਂ ਬਚਣਾ ਚਾਹੀਦਾ। ਸੋ ਇਸ ਕਰਕੇ ਇੱਕ ਹੁੰਦੀ ਹੈ ਸਾਧ ਸੰਗਤ। ਸਾਧ ਸੰਗਤ ਕਹਿੰਦੇ ਨੇ ਭਲੇ ਪੁਰਸ਼ਾਂ ਦੀ ਸੰਗਤ ਨੂੰ। ਇੱਕ ਹੁੰਦੀ ਹੈ ਸਤ ਸੰਗਤ। ਇੱਥੇ ਮਹਾਰਾਜ ਨੇ ਸਤ ਸੰਗਤ ਦੀ ਗੱਲ ਕਰੀ ਹੈ। ਸਤ ਸੰਗਤ ਤੋਂ ਭਾਵ ਜਿੱਥੇ ਸਤ ਵਸਤੂ ਦੀ ਵਿਚਾਰ ਹੋਵੇ, ਜਿੱਥੇ ਇਹ ਦੱਸਿਆ ਜਾਵੇ ਕਿ ਆਤਮਾ ਦੀ ਸਾਖਿਅਤਾ, ਆਪਣੇ ਸਰੂਪ ਦੀ ਸਾਖਿਅਤਾ ਕਿਵੇਂ ਹੁੰਦੀ ਹੈ। ਤਿਨਹੀ ਜੈਸੀ
ਤਿਨ ਹੀ ਜੈਸੀ ਥੀ ਰਹਾ। ਉੱਥੇ ਮੈਂ ਰਹਾਂ, ਉੱਥੇ ਬਸਾਂ, ਉੱਥੇ ਬੈਠਾਂ, ਸਤਸੰਗ ਕਰਾਂ। ਕਿਉਂਕਿ ਸਤਸੰਗ ਕਰਨੇ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾ ਮਿਲਾਪ ਹੋਵੇਗਾ, ਤੇ ਜਿਹੜੀ ਸੱਚਖੰਡ ਰੂਪ ਜਗ੍ਹਾ ਹੈ, ਤੇ ਉੱਥੇ ਫਿਰ ਸਦੀਵੀ ਕਾਲ ਵਾਸਤੇ, ਸਦਾ ਵਾਸਤੇ ਨਿਵਾਸ ਹੋ ਜਾਵੇਗਾ। ਇਸ ਕਰਕੇ ਭਾਈ ਸਤ ਸੰਗਤ ਜ਼ਰੂਰੀ ਹੈ, ਜਿੱਥੇ ਸਤ ਵਸਤੂ ਦੀ ਵਿਚਾਰ ਹੁੰਦੀ ਹੈ। ਇਹ ਗੁਰੂ ਗਰੀਬ ਨਵਾਜ ਸਾਨੂੰ ਕਲਯੁਗ ਦੇ ਜੀਵਾਂ ਨੂੰ ਉਪਦੇਸ਼ ਦੇ ਰਹੇ ਹਨ। ਮੁੰਦੇ ਕੂੜ ਮੁਠੀ ਕੁੜਿਆਰ। ਮੁੰਦੇ ਦਾ ਅਰਥ ਹੈ ਜੀਵ ਇਸਤਰੀ। ਹੇ ਜੀਵ ਰੂਪ ਇਸਤਰੀਏ। ਕੁੜਿਆਰ ਦਾ ਮਤਲਬ ਹੈ ਝੂਠ। ਹੇ ਕੁੜਿਆਰ, ਝੂਠ ਦੇ ਵਿੱਚ ਫਸੀ ਹੋਈ ਜੀਵ ਇਸਤਰੀਏ। ਕੂੜੇ ਪਦਾਰਥਾਂ ਦੇ ਵਿੱਚ, ਝੂਠੇ ਪਦਾਰਥਾਂ ਦੇ ਮੋਹ ਵਿੱਚ ਫਸੀ ਹੋਈ ਜੀਵ ਇਸਤਰੀਏ। ਕੂੜ ਮੁੱਠੀ, ਮੁੱਠੀ ਦਾ ਅਰਥ ਹੈ ਠੱਗੀ। ਹੇ ਝੂਠ ਦੇ ਵਿੱਚ ਫਸੀ ਹੋਈ ਜੀਵ ਇਸਤਰੀਏ, ਕੂੜ ਮੁੱਠੀ, ਤੈਨੂੰ ਸੰਸਾਰ ਦੇ ਨਾਸ਼ਵੰਤ ਪਦਾਰਥਾਂ ਨੇ ਠੱਗ ਲਿਆ, ਕਿਉਂਕਿ ਤੂੰ ਸਿਮਰਨ ਤਾਂ ਕਰਦੀ ਨਹੀਂ। ਇਸ ਕਰਕੇ ਹੇ ਜੀਵ ਇਸਤਰੀਏ, ਤੈਨੂੰ ਸੰਸਾਰ ਦੇ ਝੂਠੇ ਪਦਾਰਥਾਂ ਨੇ ਠੱਗ ਲਿਆ ਹੈ। ਕਿਉਂ? ਕਿਉਂਕਿ ਤੂੰ ਕੂੜ ਦੇ ਵਿੱਚ ਫਸੀ ਹੈ। ਤੇਰੀ ਸੁਰਤ ਕੂੜ 'ਚ ਲੱਗਣ ਕਰਕੇ ਤੇ ਤੈਨੂੰ ਸੰਸਾਰ ਦੇ ਝੂਠੇ ਪਦਾਰਥਾਂ ਨੇ ਠੱਗ ਲਿਆ ਹੈ। ਤੇਰ ਪ੍ਰਭ ਸਾਚਾ ਸੋਹਣਾ, ਪਾਈਐ ਗੁਰ ਵਿਚਾਰ। ਫਿਰ ਨਾਮ ਪਤੀ ਦਾ ਹੈ, ਜਿਹੜਾ ਪਤੀ ਪਰਮੇਸ਼ਵਰ ਹੈ, ਪ੍ਰਭੂ ਹੈ, ਜਿਹੜਾ ਸਾਚਾ ਸੋਹਣਾ, ਉਹਦਾ ਨਾਮ ਸੱਚਾ ਹੈ। ਤੇ ਜਿਹੜਾ ਉਹਦੇ ਨਾਮ ਨੂੰ ਜਪਦਾ ਸ਼ੋਭਨੀਕ ਹੋ ਜਾਂਦਾ, ਸੋਹਣਾ ਲੱਗਦਾ ਹੈ, ਲੋਕ ਪਰਲੋਕ ਵਿੱਚ ਸ਼ੋਭਨੀਕ ਹੋ ਜਾਂਦਾ ਹੈ। ਪਾਈਐ ਗੁਰ ਵਿਚਾਰ, ਜਿਹੜਾ ਪਿਰ ਪ੍ਰਭੂ ਦਾ ਨਾਮ ਹੈ, ਪਤੀ ਪਰਮੇਸ਼ਵਰ ਦਾ ਨਾਮ ਹੈ। ਹੇ ਜੀਵ ਰੂਪ ਇਸਤਰੀਏ, ਜਿਹੜਾ ਸੱਚਾ ਹੈ ਤੇ ਸੋਹਣਾ, ਜਿਹਨੂੰ ਜਪ ਕੇ ਮਨੁੱਖ ਸ਼ੋਭਨੀਕ ਹੋ ਜਾਂਦਾ ਲੋਕ ਪਰਲੋਕ ਵਿੱਚ। ਪਾਈਐ ਗੁਰ ਵਿਚਾਰ, ਉਹ ਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ ਪ੍ਰਾਪਤ ਹੁੰਦਾ ਹੈ। ਨਾਮ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਤਾਂ ਅੰਦਰੇ ਨਾਮ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਜਿਵੇਂ ਪਾਣੀ ਧਰਤੀ ਦੇ ਥੱਲੇ ਹੈ, ਪਰ ਜਦੋਂ ਨਲਕਾ ਲਾਉਣੇ ਆ ਉੱਪਰੋਂ ਪਾਉਣਾ ਪੈਂਦਾ ਹੈ। ਇਸੇ ਤਰ੍ਹਾਂ ਭਾਈ ਹੁਣ ਸਤਿਗੁਰਾਂ ਨੇ ਜੁਗਤੀ ਦਿੱਤੀ ਹੈ। ਅੱਜ ਅੰਮ੍ਰਿਤ ਸੰਚਾਰ ਹੋਣਾ, ਨਾਮ ਸਾਡੇ ਅੰਦਰੇ ਹੈ, ਜਿਹਨੂੰ ਅਸੀਂ ਜਪ ਕੇ ਸ਼ੋਭਨੀਕ ਹੋਣਾ। ਸੋ ਪਹਿਲਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰਮੰਤਰ ਤੇ ਮੂਲ ਮੰਤਰ ਦ੍ਰਿੜ ਕਰਵਾਉਣਾ ਪੈਣਾ। ਪੰਜਾਂ ਪਿਆਰਿਆਂ ਨੇ ਗੁਰਮੰਤਰ ਤੇ ਮੂਲ ਮੰਤਰ ਦ੍ਰਿੜ ਕਰਾਉਣਾ। ਫਿਰ ਅੰਦਰੋਂ ਸਾਧ ਸੰਗਤ ਜੀ ਨਾਮ ਅੰਮ੍ਰਿਤ ਹੈ ਜਿਹੜਾ ਚੱਲ ਪੈਂਦਾ। ਇਹ ਜੁਗਤੀ ਹੈ ਜੋ ਗੁਰੂ ਮਹਾਰਾਜ ਨੇ ਸਾਨੂੰ ਦੱਸੀ ਹੈ। ਗੁਰੂ ਘਰ ਦੀ ਮਰਿਆਦਾ, ਕੱਲਾ ਬੰਦਾ ਕੋਈ ਨਾਮ ਨਹੀਂ ਕਿਸੇ ਨੂੰ ਦੇ ਸਕਦਾ। ਜਿਵੇਂ ਆ ਪਖੰਡੀ ਦੇਹ ਧਾਰੀ ਕੰਨਾਂ 'ਚ ਨਾਮ ਦੰਦੇ ਤੁਰੇ ਫਿਰਦੇ ਆ, ਕਹਿ ਦਿੰਦੇ ਨੇ ਅੱਗੇ ਨਾ ਕਿਸੇ ਨੂੰ ਜਾ ਕੇ ਦੱਸੀ। ਇਹ ਕਿਹੜਾ ਨਾਮ ਹੈ ਜਿਹੜਾ ਅੱਗੇ ਨਾ ਜਾ ਕੇ ਦੱਸੀ? ਸਾਡੇ ਸਤਿਗੁਰਾਂ ਦਾ ਤਾਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਆ ਸਾਰਾ ਖਜ਼ਾਨਾ ਭਰਿਆ ਪਿਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ। ਸਰਬ ਸਾਂਝੀ ਗੁਰਬਾਣੀ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਹਾਂ ਵਰਨਾ ਕੋ ਸਾਂਝਾ। ਸੋ ਇਸ ਕਰਕੇ ਪਿਰ ਪ੍ਰਭ ਸਾਚਾ ਸੋਹਣਾ, ਜਿਹੜਾ ਪਿਰ ਪਤੀ ਹੈ, ਪ੍ਰਭੂ ਹੈ, ਸਾਚਾ ਸੋਹਣਾ, ਉਹਦਾ ਨਾਮ ਸੱਚਾ ਹੈ। ਤੇ ਜਿਹੜਾ ਉਹਨੂੰ ਜਪਦਾ ਸੋਹਣਾ ਸ਼ੋਭਨੀਕ ਹੋ ਜਾਂਦਾ। ਪਾਈਐ ਗੁਰ ਵਿਚਾਰ, ਤੇ ਪ੍ਰਾਪਤ ਕਿਵੇਂ ਹੁੰਦਾ? ਗੁਰ ਸ਼ਬਦ ਦੀ ਵਿਚਾਰ ਦੇ ਜਰੀਏ। ਰਹਾਓ ਦੇ ਕਈ ਅਰਥ ਨੇ। ਪਹਿਲਾ ਅਰਥ ਵਿਸ਼ਰਾਮ ਹੈ, ਦੂਜਾ ਅਰਥ ਇੱਥੇ ਪਰਮੇਸ਼ਰ ਰਹਿਣ ਵਾਲਾ, ਸੰਸਾਰ ਚਲਾਏਮਾਨ ਹੈ। ਤੀਜਾ ਇਹਦਾ ਅਰਥ ਹੈ ਨਾਭੀ। ਜਿਵੇਂ ਕੱਲ ਵੀ ਦੱਸਿਆ ਸੀ ਨਾ, ਸਰੀਰ ਦੀਆਂ ਨਾੜਾਂ ਦਾ ਕੰਟਰੋਲ ਸਾਡੀ ਨਾਭੀ 'ਚ ਹੁੰਦਾ, ਧੁੰਨੀ 'ਚ। ਇਸੇ ਤਰ੍ਹਾਂ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀਆਂ ਪੰਕਤੀਆਂ ਵਿੱਚ ਹੁੰਦਾ ਹੈ। ਸੋ ਵਿਸ਼ਰਾਮ ਦੇ ਕੇ ਸਤਿਗੁਰੂ ਅੱਗੇ ਬਚਨ ਕਰ ਰਹੇ ਨੇ। ਮਨਮੁਖ ਕਾਂਤ ਨਾ ਪਛਾਣਈ, ਤਿਨ ਕਿਉ ਰਹਿਣ ਵਿਹਾਏ। ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਮਨਮੁਖ ਨੇ ਨਾ,
ਜਿਹੜੀ ਮਨਮੁਖ ਜੀਵ ਇਸਤਰੀ ਹੈ ਉਹ ਕਦੇ ਕੰਤ ਨਾ ਪਛਾਣੀ, ਉਹ ਆਪਣੇ ਕੰਤ ਤੋਂ ਭਾਵ ਪਤੀ ਪਰਮੇਸ਼ਰ ਦੀ ਪਛਾਣ ਨਹੀਂ ਕਰਦੀ। ਜਿਹੜੀ ਮਨਮੁਖ ਰੂਪ ਜੀਵ ਇਸਤਰੀ, ਉਹਦੀ ਜਿਹੜੀ ਰੈਣ ਹੈ ਰਾਤ, ਉਮਰਾ ਰੂਪੀ ਰਾਤ ਕਿਵੇਂ ਬਤੀਤ ਹੁੰਦੀ ਹੈ? ਬਹੁਤ ਔਖੀ ਸਾਧ ਸੰਗਤ ਜੀ। ਜਿਵੇਂ ਬਾਬਾ ਫਰੀਦ ਨੇ ਕਿਹਾ, ਅੱਜ ਨਾ ਸੁੱਤੀ ਕੰਤ ਸਿਓ ਮੇਰਾ ਅੰਗ ਮੁੜੇ ਮੁੜ ਜਾਏ। ਇਹਦਾ ਅੰਤਰੀਵ ਭਾਵ ਕੀ ਹੈ ਕਿ ਅੱਜ ਮੈਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਅੱਜ ਮੈਨੂੰ ਬੇਚੈਨੀ ਮਹਿਸੂਸ ਹੋ ਰਹੀ ਹੈ। ਇਹ ਜਿਹੜੇ ਨਿਤਨੇਮੀ ਤੇ ਪ੍ਰੇਮੀ ਨੇ ਉਹਨਾਂ ਨੂੰ ਪਤਾ, ਜਦੋਂ ਨਿਤਨੇਮ ਜਿਹੜੇ ਰੋਜ਼ਾਨਾ ਬਾਣੀ ਪੜ੍ਹਦੇ ਆ ਨਾ, ਜੇ ਕਦੇ ਨਿਤਨੇਮ ਰਹਿ ਜਾਵੇ ਤਾਂ ਉਸ ਦਿਨ ਉਹਨਾਂ ਦਾ ਮਨ ਨਹੀਂ ਲੱਗਦਾ, ਬੇਚੈਨੀ ਮਹਿਸੂਸ ਕਰਦੇ ਆ। ਜਿਹੜੇ ਰੋਜ਼ਾਨਾ ਬਾਣੀ ਪੜ੍ਹਨ ਵਾਲੇ ਆ ਉਹਨਾਂ ਨੂੰ ਇਹ ਪਤਾ ਹੈ। ਜਿਸ ਲਾਗੈ ਪੀਰ ਪਰਮ ਕੀ ਸੋ ਜਾਣੈ ਜਰੀਆ, ਜਿਸ ਤਨ ਲਾਗੈ ਸੋਈ ਜਾਣੈ। ਜਿਹਨੂੰ ਲੱਗਿਆ ਪ੍ਰੇਮ ਉਹੀ ਜਾਣਦਾ ਗੁਰਬਾਣੀ ਦਾ ਪਿਆਰ ਕੀ ਆ। ਜਿਹੜੇ ਨਿਤਨੇਮੀ ਨੇ, ਜੇ ਕਿਤੇ ਕਾਰਨ, ਕਿਸੇ ਕਾਰਨ ਉਹਨਾਂ ਦਾ ਨਿਤਨੇਮ ਰਹਿ ਜਾਵੇ, ਲੇਟ ਹੋ ਜਾਵੇ ਥੋੜ੍ਹਾ ਜਿਹਾ ਸਮਾਂ, ਬੇਚੈਨੀ ਲੱਗ ਜਾਂਦੀ ਹੈ। ਪਰ ਜਿਹੜੀਆਂ ਜੀਵ ਇਸਤਰੀਆਂ ਆਪਣੇ ਕੰਤ ਨੂੰ ਸਾਰੀ ਉਮਰ ਨਹੀਂ ਪਛਾਣਦੀਆਂ, ਪਤੀ ਪਰਮੇਸ਼ਰ ਨੂੰ, ਉਹਨਾਂ ਦੀ ਫਿਰ ਉਮਰਾ ਰੂਪੀ ਰਾਤ ਕਿਵੇਂ ਬਤੀਤ ਹੁੰਦੀ ਹੈ? ਸੋ ਕਿਉਂ ਰੈਣ ਵਿਹਾਏ, ਉਮਰਾ ਰੂਪੀ ਰਾਤ ਉਹਨਾਂ ਦੀ ਕਿਵੇਂ ਬਤੀਤ ਹੁੰਦੀ ਹੈ? ਭਾਵ ਬਹੁਤ ਮੁਸ਼ਕਲ ਨਾਲ ਬਤੀਤ ਹੁੰਦੀ ਹੈ। ਹਰ ਸਮੇਂ ਪਰੇਸ਼ਾਨੀ ਦੇ ਵਿੱਚ ਹੀ, ਤ੍ਰਿਸ਼ਨਾ ਦੇ ਵਿੱਚ, ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ ਉਹ ਡੁੱਬੇ ਰਹਿੰਦੇ ਆ ਐਸੇ ਜੀਵ। ਅੱਗੇ ਫਿਰ ਮਹਾਰਾਜ ਕੀ ਬਚਨ ਕਰਦੇ ਹਨ, ਸਰਵਣ ਕਰੋ ਜੀ। ਗਰਭ ਅਟਿਆ ਤ੍ਰਿਸ਼ਨਾ ਜਲ ਹੈ, ਦੁਖ ਪਾਵਹਿ ਦੂਜੈ ਭਾਏ। ਗਰਭ ਅਟਿਆ, ਥੋੜਾ ਕਸ ਕੇ ਬੋਲਣਾ, ਅਟਿਆ ਸ਼ਬਦ ਹੈ ਜਿਹੜਾ। ਗਰਭ ਅਟਿਆ, ਅਟਿਆ ਤੋਂ ਭਾਵ ਜਿਹੜੇ ਗਰਸੇ ਹੋਏ ਨੇ, ਅਟਿਆ ਤੋਂ ਭਾਵ ਗਰਸਿਆ ਹੋਏ ਨੇ। ਜਿਹੜੇ ਹੰਕਾਰ ਵਿੱਚ ਜਿਹੜੀਆਂ ਜੀਵ ਇਸਤਰੀਆਂ ਗਰਸੀਆਂ ਨੇ, ਤ੍ਰਿਸ਼ਨਾ ਦੇ ਵਿੱਚ ਜਿਹੜੀਆਂ ਜੀਵ ਇਸਤਰੀਆਂ ਗਰਸੀਆਂ ਹੋਈਆਂ ਨੇ, ਗਰਭ ਅਟਿਆ ਤ੍ਰਿਸ਼ਨਾ ਜਲੈ। ਜਿਵੇਂ ਤੁਸੀਂ ਕੱਲ ਸੁਣਿਆ ਸੀ ਵੀ ਸਾਡੇ ਅੰਦਰ 4 ਅੱਗ ਦੀਆਂ ਨਦੀਆਂ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜੈ ਨਾਨਕਾ ਤਰੀਐ ਕਰਮੀ ਲੱਗ। ਜਿਹੜੀਆਂ ਜੀਵ ਇਸਤਰੀਆਂ ਹੰਕਾਰ ਨੇ ਗਰਸੀਆਂ ਨੇ, ਉਹ ਤ੍ਰਿਸ਼ਨਾ ਦੇ ਵਿੱਚ ਪੈ ਕੇ ਦਿਨ ਰਾਤ ਭੱਠੀ ਦੇ ਦਾਣੇ ਵਾਂਗੂ ਭੁੱਜ ਰਹੀਆਂ ਨੇ। ਦੁੱਖ ਪਾਵੈ ਤੇ ਉਹਨਾਂ ਨੂੰ ਕਦੇ ਪੀਸ ਟੂ ਮਾਈਂਡ, ਮਨ ਦੀ ਸ਼ਾਂਤੀ ਨਹੀਂ ਮਿਲਦੀ। ਉਹ ਦੁੱਖ ਪਾਉਂਦੀਆਂ ਨੇ ਜੀਵ ਇਸਤਰੀਆਂ। ਕੌਣ ਦੁੱਖ ਪਾਉਂਦੀਆਂ ਨੇ? ਦੂਜੇ ਭਾਏ। ਜਿਨ੍ਹਾਂ ਜੀਵ ਇਸਤਰੀਆਂ ਦਾ ਪ੍ਰੇਮ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਕੇ, ਗੁਰਬਾਣੀ ਨੂੰ ਛੱਡ ਕੇ, ਦੂਜੇ ਭਾਏ ਹੋਰ ਦੂਜੀ ਜਗ੍ਹਾ ਲੱਗਿਆ ਹੋਇਆ। ਦੂਜੀ ਜਗ੍ਹਾ ਕਿਵੇਂ ਹੈ? ਤਾਂ ਗੁਰਸਿੱਖ ਛਕਿਆ ਅੰਮ੍ਰਿਤ, ਕਈ ਦੇਖਿਆ ਪੰਜਾਬ ਦੇ ਵਿੱਚ ਅੰਮ੍ਰਿਤ ਵੀ ਛਕਿਆ, ਤੇ ਆ ਦੀਵਾਲੀ ਦੇ ਦਿਨਾਂ 'ਚ ਕਈ ਦੇਖੇ ਨੇ ਮੜੀਆਂ 'ਚ ਦੀਵੇ ਜਗਾਉਂਦੇ ਤੁਰੇ ਫਿਰਦੇ ਆ, ਕਿਸੇ ਦੇਵੀ ਦੇਵਤੇ ਦੇ ਅੱਗੇ ਦੀਵੇ ਜਗਾਉਂਦੇ ਫਿਰਦੇ ਆ। ਇਹਦਾ ਭਾਵ ਹੈ ਦੂਜੇ ਭਾਏ। ਤੇ ਜਿਹੜੀ ਜੀਵ ਇਸਤਰੀ ਨੇ ਪਤੀ ਪਰਮੇਸ਼ਰ ਦੇ ਨਾਮ ਦਾ ਪੱਲਾ ਛੱਡ ਦਿੱਤਾ, ਉਹਦੀ ਉਮਰਾ ਰੂਪੀ ਰਾਤ ਬੜੀ ਔਖੀ ਬਤੀਤ ਹੁੰਦੀ ਹੈ। ਉਹ ਹੰਕਾਰ ਦੇ ਵਿੱਚ ਗਰਸੀ ਹੋਈ, ਤ੍ਰਿਸ਼ਨਾ ਦੇ ਵਿੱਚ ਪੈ ਕੇ ਦਿਨ ਰਾਤ ਜਲਦੀ ਹੈ। ਦੁੱਖ ਪਾਵ ਹੈ, ਉਹਨੂੰ ਦੁੱਖ ਮਿਲਦਾ ਦਿਨ ਰਾਤ। ਕਿਹਨੂੰ? ਦੂਜੇ ਭਾਏ। ਜਿਹੜੀ ਜੀਵ ਇਸਤਰੀ ਪਰਮੇਸ਼ਰ ਤੋਂ ਬਿਨਾਂ ਹੋਰ ਦੇਵੀ ਦੇਵਤਿਆਂ ਦੇ ਨਾਲ ਪ੍ਰੇਮ ਕਰਦੀ ਹੈ। ਗੁਰਬਾਣੀ ਕਹਿੰਦੀ ਹੈ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ। ਇਹ ਭਾਈ ਜਿਹਦਾ ਧਰਮ ਹੈ ਉਹਨੂੰ ਮੁਬਾਰਕ ਹੈ। ਪਰ ਗੁਰਸਿੱਖਾ, ਜੇ ਤੂੰ ਅੰਮ੍ਰਿਤ ਪਾਨ ਕਰਕੇ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਬਰ ਦਾ, ਜੇ ਤੂੰ ਆ ਲਾਲਾਂ ਵਾਲੇ ਦੇ ਅੱਗੇ ਅੰਮ੍ਰਿਤ ਛਕ ਕੇ ਵੀਰਵਾਰ ਨੂੰ ਰੋਟ ਚੜਾਉਂਦਾ ਰਿਹਾ, ਕਦੇ ਕਿਸੇ ਦੇਵੀ ਦੇ ਤੁਰ ਗਿਆ, ਕਿਤੇ ਤੁਰ ਗਿਆ, ਦੂਜੇ ਭਾਏ ਗੁਰੂ ਨੂੰ ਛੱਡ ਕੇ, ਨਾਮ ਨੂੰ ਛੱਡ ਕੇ ਦੂਜੀ ਜਗ੍ਹਾ ਪ੍ਰੇਮ ਲਾ ਲਿਆ। ਹੇ ਜੀਵ ਇਸਤਰੀਏ, ਹੰਕਾਰ ਦੇ ਵਿੱਚ ਫਿਰ ਗਰਸੀ ਹੋਈ ਜੀਵ ਇਸਤਰੀਏ, ਤ੍ਰਿਸ਼ਨਾ ਦੀ ਅੱਗ ਵਿੱਚ ਜਲੇਂਗੀ। ਕਿਉਂ? ਕਿਉਂਕਿ ਤਾਂ ਦੂਸਰੇ ਪਾਸੇ ਪ੍ਰੇਮ ਲਾ ਲਿਆ। ਸੋ ਜਿਹੜੀਆਂ ਜੀਵ ਇਸਤਰੀਆਂ ਪਤੀ ਪਰਮੇਸ਼ਵਰ ਨੂੰ ਛੱਡ ਕੇ ਆਪਣੇ ਕੰਤ ਨੂੰ ਪਛਾਣਦੀਆਂ ਨਹੀਂ,
ਹੰਕਾਰ ਦੀਆਂ ਗਰਸੀਆਂ ਹੋਈਆਂ ਹਨ, ਉਹ ਤ੍ਰਿਸ਼ਨਾ ਰੂਪੀ ਅੱਗ ਵਿੱਚ ਦਿਨ ਰਾਤ ਸੜਦੀਆਂ ਨੇ। ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ, ਕੋਟ ਜੋਰੈ ਲੱਖ ਕਰੋੜੈ, ਮਾਨਾ ਹੋਰੈ ਪਰੈ ਪਰੈ ਹੀ ਕੋ ਲੂਝੀ ਹੈ। ਤ੍ਰਿਸ਼ਨਾ ਰੂਪੀ ਅੱਗ ਵਿੱਚ ਸੜਦੀਆਂ ਨੇ, ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ। ਤੇ ਸਿਮਰਨ ਕਰਨ ਵਾਲੇ ਭਾਵੇਂ ਕੁੱਲੀ ਦੇ ਵਿੱਚ ਹੋਣ ਤਾਂ ਵੀ ਸੰਤੁਸ਼ਟ ਹੁੰਦੇ ਆ। ਇੱਕ ਭਾਈ ਹੇਮਾ ਗੁਰੂ ਅਰਜਨ ਸਾਹਿਬ ਦਾ ਸਿੱਖ ਸੀਗਾ, ਟੁੱਟੀ ਜੀ ਛੰਨ ਵਿੱਚ ਰਹਿੰਦਾ ਸੀ। ਮਹਾਰਾਜ ਲਾਹੌਰ ਤੋਂ ਆਉਂਦੇ ਹੋਏ ਭਾਈ ਹੇਮੇ ਦੇ ਕੋਲੇ ਠਹਿਰੇ ਐ। ਬ੍ਰਹਮ ਗਿਆਨੀ ਗੁਰਸਿੱਖ ਸੀ। ਇਹ ਸ਼ਬਦ ਭਾਈ ਹੇਮੇ ਨੂੰ ਡੈਡੀਕੇਟਡ ਕਰਕੇ ਮਹਾਰਾਜ ਨੇ ਉਚਾਰਿਆ। ਕਹਿੰਦੇ ਭਾਈ ਹੇਮਿਆ, ਬਸ ਤੋਂ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇਠ ਤਨ ਰੂਪਹੀਨ ਕਿਸ ਸਾਕ ਨਾ ਛਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਨਾਮ ਜਪਣ ਵਾਲਾ ਕੁੱਲੀ ਵਿੱਚ ਵੀ ਸਮਾਂ ਕੱਟ ਲੂ। ਬਾਬਾ ਮਾਰਕੰਡੇ ਦੀ ਉਮਰ ਕਿੰਨੀ ਹੋਈ ਹੈ? ਮਾਰਕੰਡੇ ਰਿਸ਼ੀ ਕਾਨਿਆਂ ਦੇ ਛੱਪਰ 'ਚ ਜੀਵਨ ਬਤੀਤ ਕਰ ਗਿਆ। ਨਾਮ ਜਪਣ ਵਾਲੇ ਨੂੰ ਕੁੱਲੀ 'ਚ ਵੀ ਸ਼ਾਂਤੀ ਹੈ। ਕੁੱਲੀ ਦੇ ਵਿੱਚ ਇੱਕ ਬਚਨ ਯਾਦ ਰੱਖਿਓ, ਜ਼ੁਲਮ ਰਾਜ ਦੀਆਂ ਜੜ੍ਹਾਂ ਹਮੇਸ਼ਾ ਕੁੱਲੀ ਵਾਲਿਆਂ ਨੇ ਪੱਟੀਆਂ ਨੇ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦਾ ਜਿਹੜਾ ਘਰ ਸੀ ਨਾ, ਕੁੱਲੀ ਸੀ, ਮਹਾਂਪੁਰਖਾਂ ਦੀ ਕੁੱਲੀ। ਤੇ ਸਾਧ ਸੰਗਤ ਜੀ, ਜ਼ੁਲਮ ਰਾਜ ਦੀ ਜੜ ਪੱਟੀ। ਇਸ ਕਰਕੇ ਆਓ ਸਾਧ ਸੰਗਤ ਜੀ, ਨਾਮ ਜਪਣ ਵਾਲਾ ਕੁੱਲੀ ਵਿੱਚ ਵੀ ਸੰਤੁਸ਼ਟ ਹੈ, ਆਨੰਦ ਪ੍ਰਸੰਨ ਹੈ, ਕਿਉਂਕਿ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ। ਤੇ ਸਾਧ ਸੰਗਤ ਜੀ, ਜਿਹੜਾ ਬੰਦਗੀ ਨਹੀਂ ਕਰਦਾ, ਭਾਵੇਂ ਸਾਰੇ ਦੁਨੀਆ ਦਾ ਮਾਲਕ ਕਿਉਂ ਨਾ ਬਣ ਜਾਵੇ, ਉਹਨੂੰ ਕਦੇ ਵੀ ਸੰਤੁਸ਼ਟੀ ਨਹੀਂ ਆਉਂਦੀ। ਉਹ ਕਹਿੰਦਾ ਹੈ ਮੈਂ ਕਰੋੜਪਤੀਆਂ ਅਰਬਪਤੀ ਹੋ ਜਾਂ, ਅਰਬਪਤੀਆਂ ਖਰਬਪਤੀ ਹੋ ਜਾਂ, ਇਉਂ ਚੱਕਰ ਚੱਲਦਾ ਰਹਿੰਦਾ। ਸੋ ਇਸ ਕਰਕੇ ਜਿਹੜੀ ਜੀਵ ਇਸਤਰੀ ਆਪਣੇ ਕੰਤ ਨੂੰ ਨਹੀਂ ਪਛਾਣਦੀ, ਤਿੰਨ ਕਿਉਂ ਰੈਣ ਬਿਹਾਏ, ਉਹਨਾਂ ਦੀ ਉਮਰਾ ਰੂਪੀ ਰਾਤ ਜਿਹੜੀ ਹੈ ਬੜੀ ਔਖੀ ਬਤੀਤ ਹੁੰਦੀ ਹੈ। ਤੇ ਹੰਕਾਰ ਦੇ ਵਿੱਚ ਗਰਸੀ ਹੋਈ ਜਿਹੜੀ ਜੀਵ ਇਸਤਰੀ ਹੈ, ਤ੍ਰਿਸ਼ਨਾ ਦੀ ਅੱਗ ਵਿੱਚ ਜਲਦੀ ਹੈ। ਤੇ ਜੇ ਦੂਜੇ ਭਾਏ ਪਰਮੇਸ਼ਰ ਨੂੰ ਛੱਡ ਕੇ ਹੋਰ ਜਗ੍ਹਾ ਚਿੱਤ ਲਾ ਲਿਆ, ਤੇ ਫਿਰ ਉਹਨੂੰ ਦੁੱਖ ਪ੍ਰਾਪਤ ਹੁੰਦਾ ਹੈ। ਇਹ ਜੀਵ ਇਸਤਰੀ ਨੂੰ ਸਤਿਗੁਰੂ ਪਾਤਸ਼ਾਹ ਉਪਦੇਸ਼ ਦੇ ਰਹੇ ਹਨ। ਸ਼ਬਦ ਰਤੀਆ ਸੁਹਾਗਣੀ, ਤਿੰਨ ਵਿੱਚ ਹਉਮੈ ਜਾਏ। ਗੁਰਬਾਣੀ ਦੇ ਵਿੱਚ ਕੁਚੱਜੀ ਪਾਠ ਆਉਂਦਾ ਹੈ ਤੇ ਸੁਚੱਜੀ ਪਾਠ ਵੀ ਆਉਂਦਾ ਹੈ। ਕੁਚੱਜੀ ਭਾਵ ਭੈੜੇ ਚੱਜਾਂ ਵਾਲੀ ਜੀਵ ਇਸਤਰੀ, ਸੁਚੱਜੀ ਭਾਵ ਸ਼ੁਭ ਗੁਣਾਂ ਵਾਲੀ ਜੀਵ ਇਸਤਰੀ। ਤੇ ਹੁਣ ਅੱਗੇ ਮਹਾਰਾਜ ਦੱਸਦੇ ਨੇ, ਜਿਹੜੀ ਸੁਚੱਜੀ ਜੀਵ ਇਸਤਰੀ ਹੈ, ਸ਼ਬਦ ਰਤੀਆਂ ਸੁਹਾਗਣੀ, ਜਿਹੜੀ ਸੁਹਾਗਣੀ ਹੈ। ਕੌਣ ਸੁਹਾਗਣੀ ਹੈ? ਜਿਹੜੀ ਜੀਵ ਇਸਤਰੀ ਨੇ ਆਪਣੇ ਅੰਤਸ਼ਕਰਨ ਰੂਪ ਸੇਜਾ ਤੇ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਕਰ ਲਈ ਹੈ। ਸ਼ਬਦ ਵਿੱਚ ਜਿਹੜੀ ਜੀਵ ਇਸਤਰੀ ਜੁੜ ਗਈ, ਸ਼ਬਦ ਰਤੀਆ ਸੁਹਾਗਣੀ, ਜਿਹੜੀ ਜੀਵ ਇਸਤਰੀ ਸ਼ਬਦ ਵਿੱਚ ਰੱਤੀ ਹੋਈ ਹੈ, ਜੁੜੀ ਹੋਈ ਹੈ। ਨਾਮ 'ਚ ਨਿਤਨੇਮ 'ਚ ਜਿਹੜਾ ਜੀਵ ਜੁੜਿਆ ਹੈ, ਤਿੰਨ ਵਿੱਚੋਂ ਹਉਮੈ ਜਾਏ। ਉਸ ਜੀਵ ਰੂਪ ਇਸਤਰੀ ਦੇ ਅੰਦਰੋਂ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਜਿੰਨਾ ਸਮਾਂ ਨਾਮ ਦੇ ਲੜ ਨਹੀਂ ਲੱਗਦੇ, ਯਾਦ ਰੱਖਿਓ ਅੰਦਰੋਂ ਹੰਕਾਰ ਨੇ ਖੜਾ ਨਹੀਂ ਛੱਡਣਾ। ਨਾਮ ਜਿਹੜਾ ਨਾ, ਇਹ ਸਾਡੇ ਅੰਦਰੋਂ ਕਾਮ ਨੂੰ ਵੀ ਖਤਮ ਕਰੂ, ਕਾਮ ਨੂੰ ਵੀ ਸੁਰ ਵਿੱਚ ਕਰ ਦੇਵੇਗਾ, ਕ੍ਰੋਧ ਨੂੰ ਵੀ ਸੁਰ ਵਿੱਚ ਕਰ ਦੇਵੇਗਾ। ਹੁਣ ਇਹ ਜਿਹੜੇ ਪੰਜ ਵਿਕਾਰ ਨੇ ਬੇਸੁਰੇ ਹੋਏ ਹੈ, ਇਹਨਾਂ ਨੂੰ ਸੁਰ ਵਿੱਚ ਕਰੇਗਾ ਨਾਮ। ਇਸ ਕਰਕੇ ਸਾਧ ਸੰਗਤ ਜੀ, ਸ਼ਬਦ ਰਤੀਆਂ ਸੁਹਾਗਣੀ, ਜਿਹੜੀਆਂ ਸੁਹਾਗਣੀ ਸ਼ੋਭਾਵੰਤੀਆਂ ਇਸਤਰੀਆਂ, ਸੁਹਾਗਣੀ ਇਸਤਰੀਆਂ ਜਿਹੜੀਆਂ ਨਾਮ ਦੇ ਵਿੱਚ ਜੁੜ ਜਾਂਦੀਆਂ ਹਨ, ਤਿੰਨ ਵਿੱਚੋਂ ਹਉਮੈ ਜਾਏ। ਉਹਨਾਂ ਦੇ ਅੰਦਰੋਂ ਹਉਮੈ ਦਾ ਅਭਾਵ ਹੋ ਜਾਂਦਾ ਹੈ, ਹੰਕਾਰ ਦਾ ਨਾਸ਼ ਹੋ ਜਾਂਦਾ ਹੈ। ਪਿਰ ਰਾਵਹਿ ਆਪਣਾ, ਤਿਨਾ ਸੁਖੇ ਸੁਖ ਵਿਹਾਏ। ਪਹਿਲਾਂ ਮਨਮੁਖਾਂ ਦੀ ਗੱਲ ਕੀਤੀ ਹੈ, ਹੁਣ ਆ ਦੋ ਪੰਕਤੀਆਂ 'ਚ ਗੁਰਮੁਖਾਂ ਦੀ ਗੱਲ ਕਰ ਰਹੇ ਆ ਸਤਿਗੁਰੂ। ਸਦਾ ਪਿਰ ਰਾਵੈ ਆਪਣਾ, ਸਦਾ ਪਿਰ ਨਾਮ ਪਤੀ ਪਰਮੇਸ਼ਵਰ ਦਾ ਹੈ। ਜਿਹੜੀਆਂ ਜੀਵ ਇਸਤਰੀਆਂ ਸ਼ਬਦ ਵਿੱਚ ਜੁੜ ਗਈਆਂ, ਨਾਮ 'ਚ ਜੁੜ ਗਈਆਂ, ਸਦਾ ਪਿਰ ਰਾਵ ਹੈ ਦਾ ਅਰਥ ਹੈ ਮੰਨਣਾ। ਉਹ ਆਪਣੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਰੂਪ ਸੇਜਾ ਦਾ ਆਨੰਦ ਮਾਣਦੀਆਂ ਹਨ। ਸਦਾ ਪਿਰ ਰਾਵੈ ਆਪਣਾ,
ਤਿੰਨਾਂ ਸੁੱਖ ਹੈ ਸੁੱਖ ਵਿਹਾਏ। ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸੁੱਖ ਦੇ ਵਿੱਚ ਬਤੀਤ ਹੁੰਦਾ। ਵਿਹਾਏ ਦਾ ਅਰਥ ਹੈ ਬਤੀਤ ਹੋਣਾ। ਲੋਕ ਪਰਲੋਕ ਦੇ ਵਿੱਚ ਉਹ ਜੀਵ ਇਸਤਰੀਆਂ ਸੁਖੀ ਰਹਿੰਦੀਆਂ ਨੇ ਜਿਹੜੀਆਂ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲੈਂਦੀਆਂ ਨੇ, ਅੰਤਸ਼ ਕਰਨ ਰੂਪ ਸੇਜਾ ਤੇ ਪਤੀ ਰੂਪ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੀਆਂ ਹਨ। ਉਹ ਸ਼ੋਭਾਵੰਤੀਆਂ ਨਾਰਾਂ ਇਸਤਰੀਆਂ ਸਦਾ ਵਾਸਤੇ ਸੁਖ ਪ੍ਰਾਪਤ ਕਰਦੀਆਂ ਹਨ। ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਹੋ। ਜੇ ਕੋਈ ਭਾਈ ਸਦਾ ਵਾਸਤੇ ਸੁਖ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਰਾਮ ਦੀ ਸ਼ਰਨ, ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਤੱਕ ਲਵੇ ਤਾਂ ਸੁੱਖ ਮਿਲੇਗਾ। ਬਾਕੀ ਸੰਸਾਰ ਦੇ ਸੁੱਖ ਜਿਹੜੇ ਹੈ ਛਿਨ ਭੰਗਰ ਹਨ। ਛਿਨ ਭੰਗਰ ਦਾ ਅਰਥ ਹੁੰਦਾ ਥੋੜ੍ਹੇ ਸਮੇਂ ਲਈ ਸੁੱਖ ਹੈ। ਅੱਜ ਮਾਇਆ ਸੁੱਖ ਹੈ, ਜੇ ਮਾਇਆ ਚਲੀ ਗਈ, ਮਾਇਆ ਕੀ ਸੋਭਾ 4 ਦਿਹਾੜੇ ਜਾਂਦੀ ਬਿਲਮਣਾ ਹੋਏ ਤੇ ਫੇਰ ਦੁਖੀ ਹੋ ਜਾਵੇਗਾ। ਪਰ ਜੇ ਤੂੰ ਰਾਮ ਦੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ 'ਚ ਆਵੇਂਗਾ, ਇੱਥੇ ਜਿਹੜਾ ਰਾਮ ਸ਼ਬਦ ਆਇਆ ਅਕਾਲ ਪੁਰਖ ਦਾ ਵਾਚਕ ਹੈ। ਇੱਕ ਤ੍ਰੇਤੇ ਯੁੱਗ ਦੇ ਵਿੱਚ ਰਾਮਚੰਦਰ ਭਗਵਾਨ ਹੋਏ ਹੈ, ਇਹ ਉਹਨਾਂ ਦਾ ਵਾਚਕ ਨਹੀਂ, ਉਹਨਾਂ ਬਾਰੇ ਵਚਨ ਵੱਖਰੇ ਆਏ ਹੈ। ਤ੍ਰੇਤਾ ਤੈ ਮਾਨਿਓ ਰਾਮ ਰਘੁਵੰਸ਼ ਕਹਾਇਓ। ਵੈਸੇ ਜਿਹੜਾ ਰਾਮ ਸ਼ਬਦ ਹੈ ਨਾ, ਇਹ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ। ਜਿਵੇਂ ਅਰਦਾਸ ਦੇ ਵਿੱਚ ਕਈ ਕਹੀ ਜਾਂਦੇ ਹੈ ਤਾਂ ਭਗਉਤੀ ਦੀ ਪੂਜਾ ਕਰਨ ਨੂੰ ਕਿਹਾ ਮਹਾਰਾਜ ਨੇ 10ਵੇਂ 'ਚ, ਉਹਨਾਂ ਨੂੰ ਪਤਾ ਹੀ ਨਹੀਂ ਪ੍ਰਥਮ ਭਗਉਤੀ, ਉਹ ਭਗਉਤੀ ਦੇਵੀ ਉਹ ਅਰਥ ਲਾਈ ਜਾਂਦੇ ਨੇ। ਇੱਥੇ ਭਗਉਤੀ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਭਾਈ ਸਦਾ ਪਿਰ ਰਾਵ ਹੈ ਆਪਣਾ। ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਆਪਣੇ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਕਰ ਲਈ ਹੈ ਅੰਤਸ਼ਕਰਨ ਰੂਪ ਸੇਜਾ, ਤੇ ਉਹ ਸਦਾ ਹੀ ਸੁਖੀ ਰਹਿੰਦੀਆਂ ਨੇ ਤੇ ਉਹਨਾਂ ਦਾ ਸਮਾਂ ਲੋਕ ਪ੍ਰਲੋਕ ਵਿੱਚ ਸੁੱਖਾਂ ਨਾਲ ਵਿਹਾਏ ਤੋਂ ਭਾਵ ਬੀਤਦਾ ਹੈ। ਗਿਆਨ ਵਿਹੂਣੀ ਪਿਰ ਮੁਤੀਆ ਪਿਰ ਮਨਾ ਪਾਇਆ ਜਾਏ। ਗਿਆਨ ਵਿਹੂਣੀ, ਗਿਆਨ ਤੋਂ ਹੀਣੀ ਜੀਵ ਇਸਤਰੀ ਹੈ ਜਿਹੜੀ ਪਿਰ ਮੁਤੀਆ, ਉਹ ਵੀ ਸਾਧ ਸੰਗਤ ਜੀ ਫਸੀ ਹੋਈ ਹੈ। ਕਾਹਦੇ 'ਚ? ਵਿਸ਼ੇ ਵਿਕਾਰਾਂ 'ਚ। ਪਿਰ ਮੁਤੀਆ ਪਿਰ ਮਨਾ ਪਾਇਆ ਜਾਏ। ਜਿਹੜੀ ਜੀਵ ਰੂਪ ਇਸਤਰੀ ਨੂੰ ਗਿਆਨ ਨਹੀਂ, ਉਹ ਜਿਹੜੀ ਜੀਵ ਇਸਤਰੀ ਆ ਗਿਆਨ ਵਿਹੂਣੀ ਪਿਰ ਮੁਤੀਆ ਵਿਸ਼ੇ ਵਿਕਾਰਾਂ 'ਚ ਫਸ ਜਾਂਦੀ ਹੈ। ਪਿਰਮਣਾ ਪਾਇਆ ਜਾਏ ਤੇ ਫਿਰ ਪਰਮੇਸ਼ਰ ਦੇ ਪ੍ਰੇਮ ਤੋਂ ਖਾਲੀ ਰਹਿ ਜਾਂਦੀ ਹੈ ਜੀਵ ਇਸਤਰੀ ਜਿਹਨੂੰ ਗਿਆਨ ਨਹੀਂ। ਗਿਆਨ ਕਾਹਦਾ? ਆਪਣੇ ਸਰੂਪ ਦਾ। ਕਿਉਂਕਿ ਕਈ 3.5 ਮਣ ਦੀ ਦੇਹ ਮੰਨੀ ਜਾਂਦੇ ਹੈ। ਗੁਰਬਾਣੀ ਕਹਿੰਦੀ ਆ ਤੂੰ ਦੇਹ ਨਹੀਂ, ਤੇਰਾ ਅਸਲ ਸਰੂਪ ਵਾਸਤਵਿਕ ਸਰੂਪ ਆਤਮਿਕ ਸਰੂਪ ਹੈ। 9 ਦਰਵਾਜੇ ਕਾਇਆ ਕੋਟ ਹੈ, 10ਵੇਂ ਗੁਪਤ ਰਖੀਜੈ। ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜੈ। ਅਨਹਦ ਬਾਜੇ ਧੁਨ ਵੱਜਦੇ ਗੁਰ ਸ਼ਬਦ ਸੁਨੀਜੈ। ਭਾਈ 9 ਦਰਵਾਜੇ ਪ੍ਰਗਟ ਨੇ, 10ਵਾਂ ਗੁਪਤ ਹੈ। ਉਹਦੇ ਅੱਗੇ ਵਿਸ਼ੇ ਵਿਕਾਰਾਂ ਰੂਪ ਬੱਜਰ ਕਪਾਟ ਲੱਗੇ ਪਏ ਹੈ ਤੇ ਉਹ ਬੱਜਰ ਕਪਾਟ ਨੇ ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਨਾਲ ਖੋਲ੍ਹਣਾ ਤੇਰਾ 10ਵਾਂ ਦੁਆਰਾ। ਸੋ ਇਸ ਕਰਕੇ ਗਿਆਨ ਵਿਹੂਣੀ ਪਿਰ ਮੁਤੀਆ, ਜਿਹੜੀਆਂ ਗਿਆਨ ਤੋਂ ਵਿਹੂਣੀਆਂ ਜੀਵ ਇਸਤਰੀਆਂ ਹਨ, ਉਹ ਆਪਣੇ ਪਤੀ ਪਰਮੇਸ਼ਵਰ ਦਾ ਪ੍ਰੇਮ ਨਹੀਂ ਪ੍ਰਾਪਤ ਕਰ ਸਕਦੀਆਂ। ਹੰਕਾਰ ਵਿੱਚ ਡੁੱਬ ਕੇ ਹੀ ਸਮਾਂ ਬਤੀਤ ਕਰ ਦਿੰਦੀਆਂ ਨੇ। ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨਾ ਜਾਏ। ਹੇ ਅਗਿਆਨ ਵਿੱਚ ਫਸੀ ਹੋਈ ਜੀਵ ਇਸਤਰੀਏ, ਅਗਿਆਨ ਮਤੀ ਅੰਧੇਰ ਹੈ। ਜਿਹੜਾ ਅਗਿਆਨ ਹੈ ਨਾ, ਇਹ ਤਾਂ ਇੱਕ ਅੰਧਕਾਰ ਹੈ ਸਾਧ ਸੰਗਤ ਜੀ। ਇਗਨੋਰਸੈਂਸ ਕਹਿੰਦੇ ਆ ਇਹਨੂੰ। ਅਗਿਆਨਤਾ ਦਾ ਪਰਦਾ ਸਾਡੇ ਪਿਆ ਹੋਇਆ ਹੈ। ਕਈ ਤਰ੍ਹਾਂ ਦੇ ਪਰਦੇ ਹੈ। ਇੱਕ ਅਗਿਆਨਤਾ ਦਾ ਪਰਦਾ ਹੈ। ਅਗਿਆਨਤਾ ਕੀ ਹੈ ਕਿ ਜਿਵੇਂ ਰਾਤ ਨੂੰ ਬਿਜਲੀ ਚਲੀ ਜਾਵੇ, ਲਾਈਟ ਚਲੀ ਜਾਵੇ, ਮੰਜੇ ਥੱਲੇ ਪਈ ਹੋਵੇ ਰੱਸੀ ਬੈੱਡ ਥੱਲੇ, ਉਹ ਰੱਸੀ ਨੂੰ ਦੇਖ ਕੇ ਆਪਾਂ ਥੱਲੇ ਪੈਰ ਨਹੀਂ ਲਾਉਂਦੇ ਕਿਉਂਕਿ ਹਨੇਰਾ ਹੈ, ਆਪਾਂ ਨੂੰ ਸੱਪ ਪ੍ਰਤੀਤ ਹੁੰਦਾ ਹੈ। ਪਰ ਜਦੋਂ ਸੂਰਜ ਚੜ੍ਹਦਾ, ਦਿਨ ਚੜ੍ਹਦਾ, ਫਿਰ ਬੜਾ ਆਪਣੇ ਆਪ 'ਤੇ ਹਾਸਾ ਆਉਂਦਾ ਤੇ ਅਫਸੋਸ ਹੁੰਦਾ ਕਿ ਮਣਾ ਇਹ ਤਾਂ ਰੱਸੀ ਸੀ, ਐਵੇਂ ਡਰੀ ਗਿਆ, ਸੱਪ ਸਮਝੀ ਗਿਆ। ਇਸੇ ਤਰ੍ਹਾਂ ਜਦੋਂ ਅਗਿਆਨ ਹੈ, ਅੰਧਕਾਰ ਦੇ ਵਿੱਚ ਜੀਵਨ ਹੈ ਤੇਰਾ, ਜਦੋਂ ਗਿਆਨ ਦਾ ਪ੍ਰਕਾਸ਼ ਹੋਵੇਗਾ, ਗੁਰੂ
ਤੋਂ ਗਿਆਨ ਮਿਲਦਾ ਹੈ। ਗੂ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਦਾ ਹੈ। ਗਿਰੀ ਧਾਤੂ ਤੋਂ ਸ਼ਬਦ ਬਣਿਆ। ਗੁਰੂ ਦਾ ਅਰਥ ਅਚਲ ਹੈ, ਤੇ ਜਿਵੇਂ ਪਹਾੜ ਅਚਲ ਹੁੰਦਾ ਨਾ, ਇਸ ਤਰ੍ਹਾਂ ਗੁਰੂ ਵੀ ਅਚਲ ਹੈ, ਚਲਾਏਮਾਨ ਨਹੀਂ। ਗਿਰੀ ਨਾਮ ਪਹਾੜ ਦਾ ਹੁੰਦਾ। ਸੋ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਗਿਆਨ ਮਤੀ ਅੰਧੇਰ ਹੈ। ਅਗਿਆਨ ਦੇ ਵਿੱਚ ਫਸੀ ਹੋਈ ਜੀਵ ਇਸਤਰੀਏ, ਇਹ ਅਗਿਆਨ ਜਿਹੜਾ ਹੈ ਇੱਕ ਅੰਧਕਾਰ ਦੀ ਨਿਆਈ ਹੈ। ਬਿਨ ਪਰ ਦੇਖੈ ਭੁੱਖ ਨਾ ਜਾਏ। ਹੇ ਜੀਵ ਇਸਤਰੀਏ, ਜਿੰਨਾ ਸਮਾਂ ਤੂੰ ਗੁਰੂ ਦੁਆਰਾ ਗਿਆਨ ਲੈ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਤੋਂ ਨਾਮ ਦਿਰੜ ਕਰਕੇ ਭਾਈ ਕਮਾਈ ਨਹੀਂ ਕਰਦਾ ਤੂੰ, ਤਾਂ ਬਿਨ ਪਰ ਦੇਖੇ ਭੁੱਖ ਨਾ ਜਾਏ। ਬਿਨਾਂ ਪਰਮੇਸ਼ਰ ਦੇ ਦਰਸ਼ਨਾਂ ਤੋਂ ਤੂੰ ਅੰਧਕਾਰ ਦੇ ਵਿੱਚ ਹੈ, ਤੇ ਬਿਨਾਂ ਪਰਮੇਸ਼ਰ ਦੇ ਦਰਸ਼ਨਾਂ ਤੋਂ ਤੇ ਇਹ ਜਿਹੜੀ ਵਿਸ਼ੇ ਵਿਕਾਰਾਂ ਦੀ ਭੁੱਖ ਹੈ, ਤ੍ਰਿਸ਼ਨਾ ਰੂਪੀ ਭੁੱਖ ਹੈ, ਇਹ ਤੇਰੇ ਅੰਦਰੋਂ ਜਾਣੀ ਨਹੀਂ। ਬਿਨਾਂ ਪਰਮੇਸ਼ਰ ਦੇ ਦਰਸ਼ਨਾਂ ਤੋਂ, ਬਿਨਾਂ ਬਾਣੀ ਪੜ੍ਹੇ ਤੋਂ। ਆਵੋ ਮਿਲੋ ਸਹੇਲੀ ਹੋ, ਮੈਂ ਪਿਰ ਦੇਹੋ ਮਿਲਾਏ। ਹੇ ਮੇਰੀ ਸੰਤ ਰੂਪ ਸਹੇਲੀਓ, ਸੰਤ ਰੂਪ ਸਖੀਓ, ਕਿਰਪਾ ਕਰੋ ਮੇਰੇ ਤੇ। ਜਿਵੇਂ ਤੁਸੀਂ ਪਿਰ ਨੂੰ, ਪਤੀ ਨੂੰ ਪ੍ਰਾਪਤ ਕਰ ਲਿਆ, ਪਰਮੇਸ਼ਰ ਨੂੰ ਅੰਤਸ਼ਕਰਨ ਰੂਪ ਸੇਜਾ ਤੇ ਪ੍ਰਾਪਤੀ ਰੂਪ ਆਨੰਦ ਮਾਣ ਰਹੀ ਹੋ, ਇਸ ਤਰ੍ਹਾਂ ਮੇਰੇ ਤੇ ਵੀ ਕਿਰਪਾ ਕਰ ਦਿਓ, ਤਾਂ ਕਿ ਮੈਨੂੰ ਵੀ ਪਿਰ ਨਾਮ ਪਰਮੇਸ਼ਰ ਦਾ, ਮੈਨੂੰ ਵੀ ਪਰਮੇਸ਼ਰ ਨਾਲ ਮਿਲਾ ਦਿਓ। ਜੈਸੀ ਆਪਾਂ ਸੰਗਤ ਕਰਾਂਗੇ ਵੈਸਾ ਰੰਗ ਚੜ੍ਹਨਾ ਹੈ। ਜਿਹੜਾ ਬੁਰੀ ਸੰਗਤ ਤੋਂ ਬਚਾ ਕੇ ਰੱਖੇ ਨਾ, ਉਹ ਵੀ ਸੂਰਮਿਆਂ ਦੀ ਕੈਟਾਗਰੀ 'ਚ ਆਉਂਦਾ। ਸਮਾਂ ਥੋੜ੍ਹਾ ਰਹਿੰਦਾ ਹੈ। 3 ਪ੍ਰਕਾਰ ਦੇ ਸੂਰਮੇ ਨੇ, ਰਥੀ ਸੂਰਮਾ, ਮਹਾਰਥੀ ਸੂਰਮਾ ਤੇ ਅਤਰਥੀ ਸੂਰਮਾ। ਇਹਦੇ ਅੰਦਰੂਨੀ ਤੇ ਬਹਿਰੂਨੀ ਅਰਥ ਆਪਾਂ ਕਰਨੇ ਨੇ। ਬਾਹਰਲੇ ਅਰਥ ਇਹ ਹੈ, ਰਥੀ ਸੂਰਮਾ ਉਹ ਹੈ ਜਿਹੜਾ ਬਰਾਬਰ ਦੇ ਨਾਲ ਜੰਗ ਲੜੇ। ਮਹਾਰਥੀ ਸੂਰਮਾ ਉਹ ਹੈ ਜਿਹੜਾ ਇਕੱਲਾ ਸੈਂਕੜਿਆਂ ਦੇ ਨਾਲ ਲੜਨ ਦੀ ਤਾਕਤ ਰੱਖਦਾ ਹੋਵੇ। ਅਤਰਥੀ ਸੂਰਮਾ ਉਹ ਹੈ ਜਿਹੜਾ ਇਕੱਲਾ ਲੱਖਾਂ ਨਾਲ ਲੜਨ ਦੀ ਤਾਕਤ ਰੱਖਦਾ ਹੋਵੇ। ਹੁਣ ਇਹਦੇ ਅੰਤਰੀਵ ਅਰਥ ਕੀ ਹੈ? ਰਥੀ ਸੂਰਮਾ ਉਹ ਹੈ ਜਿਹੜਾ ਮਾੜੀ ਸੰਗਤ ਤੋਂ ਬਚਾ ਗਿਆ। ਅੱਜ ਦੇ ਸਮੇਂ 'ਚ ਬੈਡ ਕੰਪਨੀ ਤੋਂ ਬਚਣਾ ਵੀ ਸੂਰਮਗਤੀ ਹੈ। ਬੁਰੀ ਸੰਗਤ ਬਚਣ ਨਹੀਂ ਦਿੰਦੀ। ਕਦੇ ਸਿਨੇਮਿਆਂ 'ਚ ਚਲੇ ਜਾਣਾ, ਇਹ ਵੀ ਇੱਕ ਬੁਰੀ ਸੰਗਤ ਆ। ਕਦੇ ਨਸ਼ੇ ਕਰਨ ਵਾਲਿਆਂ ਕੋਲੇ ਬਹਿ ਜਾਣਾ, ਇਹ ਤਾਂ ਗੁਰੂ ਦੀ ਕਿਰਪਾ ਅੱਜ ਆਪਣੇ ਸਾਰਿਆਂ ਤੇ, ਜਿਹੜਾ ਆਪਾਂ ਗੁਰੂ ਦਰਬਾਰ 'ਚ ਬੈਠੇ ਆ। ਜਿਹੜਾ ਬੁਰੀ ਸੰਗਤ ਤੋਂ ਆਪਣੇ ਆਪ ਨੂੰ ਬਚਾ ਗਿਆ, ਰਥੀ ਸੂਰਮਾ ਹੈ। ਤੇ ਜਿਹਨੇ ਫਿਰ ਦਸੇ ਇੰਦਰੇ ਵਸ ਵਿੱਚ ਕਰ ਲਏ, ਉਹ ਮਹਾਰਥੀ ਸੂਰਮਾ ਹੈ। ਤੇ ਜਿਹਨੇ ਸਿਮਰਨ ਕਰਕੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ, ਉਹ ਭਾਈ ਸਾਰਿਆਂ ਤੋਂ ਚੋਟੀ ਦਾ ਅਤਰਥੀ ਸੂਰਮਾ ਹੈ। ਹੁਣ ਆਪਾਂ ਵਿਚਾਰ ਕਰੀਏ, ਆਪਾਂ ਕਹਿ ਦਿੰਦੇ ਹਾਂ ਗੁਰੂ ਸਾਹਿਬ ਨਾਲ ਆਨੰਦਪੁਰ 40 ਸਿੰਘ ਸੀਗੇ। ਉਹ 40 ਸਾਡੇ ਵਰਗੇ ਨਹੀਂ ਸੀ ਰੋਟੀਆਂ ਖਾ ਕੇ ਮੰਜਿਆਂ ਤੇ ਬੈਡਾਂ ਤੇ ਲੇਟੇ ਮਾਰਨੇ। ਉਹ 40 ਉਹ ਸੀ ਜਿਹੜੇ ਨਾਮ ਜਪਦੇ ਜਪਦੇ ਕਲਗੀਆਂ ਵਾਲੇ ਦਾ ਰੂਪ ਹੋ ਚੁੱਕੇ ਸੀਗੇ। 40 ਉਹ ਸੀਗੇ ਜਿਨ੍ਹਾਂ ਬਾਰੇ ਬਚਨ ਕੀਤੇ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂ ਨਿਵਾਸ। ਖਾਲਸੇ ਦਾ ਅਰਥ ਹੁੰਦਾ ਸ਼ੁੱਧ। ਕੀ ਆਪਾਂ ਖਾਲਸੇ ਹਾਂ? ਕਹਿੰਦੇ ਆ ਵੀ ਖਾਲਸਾ ਰਾਜ ਨਹੀਂ ਅਜੇ ਮਿਲਦਾ, ਅਜੇ ਆਪਾਂ ਲੈਣ ਵਾਲੇ ਨਹੀਂ। ਜਿਸ ਦਿਨ ਲੈਣ ਵਾਲੇ ਹੋ ਗਏ ਆਪਾਂ, ਖਾਲਸਾ ਰਾਜ ਤਾਂ ਸ਼ਾਮ ਤੱਕ ਦੇ ਦੇਣਾ ਮਹਾਰਾਜ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸਾ ਰਾਜ ਦੀ ਪ੍ਰਾਪਤੀ ਹੋਈ ਗੁਰੂ ਦੀ ਕਿਰਪਾ ਨਾਲ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ। ਬਾਬਾ ਜਰਨੈਲ ਸਿੰਘ ਖਾਲਸਾ ਦੇ ਸਮੇਂ ਵੀ ਖਾਲਸਾ ਰਾਜ ਸੀ। ਉਹ ਲੈਣ ਵਾਲੇ ਸੀਗੇ, ਉਹ ਖਾਲਸੇ ਸੀ। ਆਪਾਂ ਅਜੇ ਉਹੇ ਜਿਹੇ ਖਾਲਸੇ ਨਹੀਂ ਬਣੇ। ਤੇ ਜਿਸ ਦਿਨ ਆਪਾਂ ਉੱਦਾਂ ਦੇ ਖਾਲਸੇ ਬਣ ਗਏ ਤੇ ਖਾਲਸੇ ਦਾ ਰਾਜ ਹੋ ਜਾਣਾ। ਪਰ ਹੋਊਗਾ ਜ਼ਰੂਰ ਇੱਕ ਦਿਨ। ਯਾਦ ਰੱਖਿਓ, ਖਾਲਸੇ ਦਾ ਰਾਜ ਪੂਰੇ ਵਰਲਡ ਵਿੱਚ ਹੋਵੇਗਾ। ਅੱਜ ਵੀ ਖਾਲਸੇ ਦਾ ਰਾਜ ਹੈ। 150 ਤੋਂ ਉੱਪਰ ਦੇਸ਼ਾਂ 'ਚ ਇਨਸਾਨ ਸਭ ਝੁੱਲਦਾ ਹੈ। ਜਿਹੜਾ ਅਸਲ ਖਾਲਸਾ ਪਿਓਰ, ਉਹ ਅੱਜ ਵੀ ਬੇਪਰਵਾਹ ਹੈ। ਉਹ ਅੱਜ ਵੀ ਰਾਜ ਹੈ ਉਹਦਾ। ਸਾਧ ਸੰਗਤੋਂ ਕਿਸੇ ਦੀ ਕਾਣ ਨਹੀਂ ਮੰਨਦਾ। ਇਸ ਕਰਕੇ ਉਹ ਰਾਜਿਆਂ ਦਾ ਰਾਜ ਹੈਗਾ ਜਿਹੜਾ ਸਿਮਰਨ ਕਰਦਾ ਹੈ। ਸੋ ਇਸ ਕਰਕੇ ਆਵੋ ਮਿਲੋ ਸਹੇਲੀਓ। ਸੋ ਜਿਹੜੇ ਕਲਗੀਧਰ ਪਾਤਸ਼ਾਹ ਦੇ ਨਾਲ 40 ਸੀ, ਉਹ ਅਤਰਥੀ ਸੂਰਮੇ ਸੀ। ਬਾਹਰੋਂ ਵੀ ਕੱਲਾ ਕੱਲਾ 1.25 ਲੱਖ ਨਾਲ ਲੜਿਆ।
ਅੰਤਰੀਵ ਤੌਰ ਤੇ ਮਨ ਵੀ ਉਹਨਾਂ ਨੇ ਜਿੱਤਿਆ ਹੋਇਆ ਸੀ। ਸੋ ਮਹਾਰਾਜ ਕਹਿੰਦੇ ਆਵੋ ਮਿਲੋ ਸਹੇਲੀਓ ਮੈਂ ਫਿਰ ਦੇਹੋ ਮਲਾਏ, ਹੇ ਸੰਤ ਰੂਪ ਸਖੀਓ ਮੈਨੂੰ ਮਿਲੋ, ਤੁਹਾਡੇ ਨਾਲ ਮਿਲਣ ਕਰਕੇ ਕਿਰਪਾ ਕਰੋ ਮੈਨੂੰ ਵੀ ਫਿਰ ਪਤੀ ਪਰਮੇਸ਼ਵਰ ਦੇ ਦਰਸ਼ਨ ਕਰਾ ਦਿਓ। ਪੂਰੇ ਭਾਗ ਸਤਿਗੁਰ ਮਿਲੈ ਫਿਰ ਪਾਇਆ ਸੱਚ ਸਮਾਏ। ਪੂਰੇ ਭਾਗਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੋਦ ਮਿਲਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤੋਂ ਨਾਮ ਉਪਦੇਸ਼ ਗੁਰੂ ਮਹਾਰਾਜ ਦਾ ਦ੍ਰਿੜ ਕਰਕੇ ਪੂਰੇ ਭਾਗ ਸਤਿਗੁਰ ਮਿਲਿਆ। ਪੂਰੇ ਕਰਮਾਂ ਦੇ ਨਾਲ ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਸਤਿਗੁਰੂ ਫਿਰ ਵਿਚੋਲੇ ਬਣਦੇ ਹੈ। ਫਿਰ ਪਾਇਆ ਸੱਚ ਸਮਾਏ, ਫਿਰ ਇਹ ਜੀਵ ਰੂਪ ਇਸਤਰੀ ਗੁਰੂ ਮਹਾਰਾਜ ਦੇ ਨਾਮ ਦੀ ਕਮਾਈ ਕਰਕੇ ਫਿਰ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਕਰ ਲੈਂਦੀ ਹੈ ਤੇ ਫਿਰ ਸੱਚ ਦੇ ਵਿੱਚ, ਉਸ ਸੱਚ ਦੇ ਵਿੱਚ ਹੀ ਸਮਾ ਜਾਂਦੀ ਹੈ, ਲੀਨਤਾ ਹਾਸਲ ਕਰ ਲੈਂਦੀ ਹੈ। ਗੁਰ ਕਿਰਪਾ ਜਹ ਨਰਕੋ ਕੀਨੀ ਤਾਂ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ ਵਾਲੀ ਅਵਸਥਾ ਬਣ ਜਾਂਦੀ ਹੈ ਜੀ। ਏ ਸਹੀਆ ਸੁਹਾਗਣੀ ਜਿਨ ਕੋ ਨਦਰ ਕਰੇ। ਉਹ ਸਹੀਆ ਸਹੇਲੀਆਂ ਸੰਤ ਰੂਪ ਸਖੀਆਂ ਸੁਹਾਗਣੀਆਂ ਹਨ, ਸ਼ੋਭਾਵੰਤੀਆਂ ਹਨ। ਕਿਹੜੀਆਂ? ਜਿਨ ਕੋ ਨਦਰ ਕਰੇ, ਜਿਨ੍ਹਾਂ ਤੇ ਸਤਿਗੁਰੂ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਕੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਮੇਲ ਲਿਆ ਹੈ, ਉਹ ਭਾਗਾਂ ਵਾਲੀਆਂ ਹਨ ਸੰਤ ਰੂਪ ਸਖੀਆਂ, ਜਿਨ੍ਹਾਂ ਨੇ ਅੰਤਸ਼ਕਰਨ ਰੂਪ ਸੇਜਾ ਤੇ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਆਨੰਦ ਨੂੰ ਮਾਣ ਲਿਆ ਹੈ। ਸਮ ਪਛਾਣ ਹੈ ਆਪਣਾ ਤਨ ਮਨ ਆਗੈ ਦੇ। ਹੇ ਭਾਈ, ਤਨ ਕਰਕੇ ਮਨ ਕਰਕੇ ਗੁਰੂ ਨੂੰ ਸਮਰਪਣ ਹੋ ਜਾ, ਆਪਣੇ ਖਸਮ ਦੀ ਮਾਲਕ ਦੀ ਪਛਾਣ ਕਰ ਲੈ। ਜਿਹਨੇ ਖਸਮ ਦੀ ਪਛਾਣ ਕਰ ਲਈ ਉਹ ਤਨ ਮਨ ਗੁਰੂ ਨੂੰ ਭੇਟ ਕਰ ਦਿੰਦੇ ਆ। ਜਿਵੇਂ ਭਾਈ ਮਤੀ ਦਾਸ, ਭਾਈ ਦਿਆਲਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਨਾਲ ਸਭ ਕੁਝ ਗੁਰਾਂ ਨੂੰ ਅਰਪਣ ਕਰਤਾ ਤੇ ਮਹਾਨ ਸ਼ਹੀਦੀ ਦਾ ਮਰਤਬਾ ਹਾਸਲ ਕੀਤਾ। ਖਸਮ ਪਛਾਣੇ ਆਪਣਾ ਤਨ ਮਨ ਆਗੇ ਦੇ। ਸੋ ਜਿਹੜੇ ਖਸਮ ਨੂੰ, ਆਪਣੇ ਮੂਲ ਅਕਾਲ ਪੁਰਖ ਨੂੰ ਪਛਾਣ ਲੈਂਦੇ ਐ, ਉਹ ਤਨ ਮਨ ਸਤਿਗੁਰਾਂ ਤੋਂ ਨਿਸ਼ਾਵਰ ਕਰ ਦਿੰਦੇ ਐ। ਜਾਂ ਦੂਸਰਾ ਇਹ ਵੀ ਕਹਾਂਗੇ, ਜਿਨ੍ਹਾਂ ਨੇ ਸਤਿਗੁਰਾਂ ਨੂੰ ਤਨ ਮਨ ਭੇਟ ਕਰ ਦਿੱਤਾ, ਉਹ ਭਾਈ ਆਪਣੇ ਖਸਮ ਵਾਹਿਗੁਰੂ ਨੂੰ ਪਛਾਣ ਲੈਂਦੇ ਹਨ। ਘਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ। ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਖਸਮ ਪਛਾਣ ਲਿਆ, ਘਰ ਵਰ ਪਾਇਆ ਆਪਣਾ, ਉਹ ਪਰਮੇਸ਼ਰ ਰੂਪੀ ਵਰ ਨੂੰ ਪ੍ਰਾਪਤ ਕਰ ਲੈਂਦੀਆਂ ਹਨ। ਹਉਮੈ ਦੂਰ ਕਰੇ, ਘਰ ਵਰ ਪਾਇਆ ਆਪਣਾ। ਜਿਹੜੀਆਂ ਜੀਵ ਇਸਤਰੀਆਂ ਨੇ ਪਤੀ ਪਰਮੇਸ਼ਵਰ ਨੂੰ ਵਰ ਦੇ ਰੂਪ ਦੇ ਵਿੱਚ ਪ੍ਰਾਪਤ ਕਰ ਲਿਆ, ਉਹਨਾਂ ਦੇ ਅੰਦਰੋਂ ਹੰਗਤਾ ਦਾ, ਹਉ ਹੰਗਤਾ ਤੇ ਮੈਂ ਮਮਤਾ ਦਾ ਨਾਸ਼ ਕਰ ਦਿੰਦਾ ਵਾਹਿਗੁਰੂ। ਹਉਮੈ ਦੂਰ ਕਰੇ, ਅੰਦਰੋਂ ਹਉਮੈ ਦਾ ਨਾਸ਼ ਹੋ ਜਾਂਦਾ ਉਹਨਾਂ ਜੀਵ ਇਸਤਰੀਆਂ ਦੇ, ਜਿਨ੍ਹਾਂ ਨੇ ਭਾਈ ਵਰ ਦੇ ਰੂਪ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਨਾਨਕ ਸੋਭਾਵੰਤੀਆ ਸੁਹਾਗਣੀ ਅਨ ਦਿਨ ਭਗਤ ਕਰੇ। ਉਹ ਜੀਵ ਰੂਪ ਇਸਤਰੀਆਂ ਸ਼ੋਭਾਵੰਤੀਆਂ ਹਨ। ਕਿਹੜੀਆਂ? ਸੁਹਾਗਣੀਆਂ ਹਨ। ਕੌਣ? ਅਨ ਦਾ ਮਤਲਬ ਹੈ ਰਾਤ, ਦਿਨ ਦਾ ਮਤਲਬ ਹੈ ਦਿਨ। ਜਿਹੜੀਆਂ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੀਆਂ ਹਨ, ਉਹ ਜੀਵ ਰੂਪ ਇਸਤਰੀਆਂ ਸੁਹਾਗਣਾ ਤੇ ਸ਼ੋਭਾਵੰਤੀਆਂ ਹਨ। ਉਹਨਾਂ ਦੀ ਲੋਕ ਪਰਲੋਕ ਦੇ ਵਿੱਚ ਜੈ ਜੈਕਾਰ ਹੁੰਦੀ ਹੈ। ਸੋ ਇੱਥੇ ਸ਼ਬਦ ਵਿੱਚ ਮਹਾਰਾਜ ਨੇ ਦੱਸਿਆ ਕਿ ਜੀਵ ਰੂਪ ਇਸਤਰੀਏ, ਜੇ ਤਾਂ ਤੂੰ ਪਤੀ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ, ਲੋਕ ਪਰਲੋਕ ਵਿੱਚ ਜੈ ਜੈਕਾਰ ਹੋਵੇਗੀ। ਹੇ ਜੀਵ ਇਸਤਰੀਏ, ਜੇ ਤੂੰ ਵਾਹਿਗੁਰੂ ਪਰਮੇਸ਼ਵਰ ਨੂੰ ਪ੍ਰਾਪਤ ਨਹੀਂ ਕਰੇਂਗੀ ਮਨੁੱਖਾ ਜਨਮ ਪ੍ਰਾਪਤ ਕਰਕੇ, ਤਾਂ ਤੈਨੂੰ ਲੋਕ ਤੇ ਪਰਲੋਕ ਦੇ ਵਿੱਚ ਧੱਕੇ ਪੈਣਗੇ। ਇਹ ਸ਼ਬਦ ਦੀ ਇੱਥੇ ਸਮਾਪਤੀ ਹੈ। 2 ਦਿਨ ਦਾ ਸਮਾਂ ਸੀ। ਐਸਾ ਕੋਈ ਸ਼ਬਦ ਨਹੀਂ ਜਿਹੜੇ ਸ਼ਬਦਾਂ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਾ ਧੰਨਵਾਦ ਕਰੀਏ। ਆਪ ਸੰਗਤਾਂ ਦੇ ਦਰਸ਼ਨ ਕਰਾਏ ਹੈ। ਸਾਰੇ ਕਮੇਟੀ ਮੈਂਬਰ ਸਾਹਿਬਾਨ, ਪ੍ਰਧਾਨ ਸਾਹਿਬ, ਸਪੈਸ਼ਲੀ ਸਾਰਿਆਂ ਦਾ ਧੰਨਵਾਦ ਸੰਗਤ ਦਾ, ਕਿਉਂਕਿ ਜਿਹੜੀ ਕਮੇਟੀ ਹੈ ਨਾ ਅੱਜ ਦੇ ਸਮੇਂ 'ਚ, ਇਹ ਭਾਵਨਾ ਵਾਲੇ ਗੁਰਸਿੱਖ ਨੇ ਸਾਰੇ ਜੋ ਅਸੀਂ ਦੇਖੇ ਹੈ। ਇਹ ਕੋਈ ਚਾਪਲੂਸੀ ਨਹੀਂ, ਭਾਵਨਾ ਵਾਲੇ ਤੇ ਯੂਨੀਵਰਸਲ ਥਿੰਕਿੰਗ ਬ੍ਰਹਿਮੰਡੀ ਸੋਚ ਵਾਲੇ ਨੇ। ਨਹੀਂ ਤਾਂ ਆਮ ਤੌਰ ਤੇ ਦੇਖਿਆ
ਅੱਜ ਦਾ ਸਮਾਂ ਐਸਾ, ਗੱਲ ਗੱਲ ਤੇ ਟੀਕਾ ਟਿੱਪਣੀ ਕਰਨ ਵਾਲੇ ਬੜੇ ਹੋ ਗਏ ਐ, ਪਰ ਇਹ ਗੁਰਮੁਖ ਪਿਆਰੇ ਸਾਰੇ ਕਮੇਟੀ ਮੈਂਬਰ ਸਾਹਿਬਾਨ, ਪ੍ਰਧਾਨ ਜੀ ਸਾਰੇ ਭਾਵਨਾ ਵਾਲੇ ਐ। ਸਾਰਿਆਂ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ, ਗੁਰਮੁਖ ਪਿਆਰੇ ਭਾਈ ਰਣਜੀਤ ਸਿੰਘ ਜੀ, ਇਹਨਾਂ ਦਾ ਵੀ ਧੰਨਵਾਦ। ਇਹ ਜੋ ਕਥਾ ਦੀ ਬਖਸ਼ਿਸ਼ ਹੋਈ ਹੈ, ਇਹ ਸਾਰੀ ਦਮਦਮੀ ਟਕਸਾਲ ਦੀ ਕਿਰਪਾ ਹੈ। ਇੱਥੇ ਵੀ ਮਹਾਂਪੁਰਖ ਬਾਬਾ ਹਰਨਾਮ ਸਿੰਘ ਖਾਲਸਾ ਸੇਵਾਵਾਂ ਕਰਾ ਰਹੇ ਹੈ। ਮਹਾਂਪੁਰਖਾਂ ਦੀ ਬੜੀ ਵੱਡੀ ਸੇਵਾ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਯਾਦਗਾਰ ਬਣਾਈ, ਉਹਨਾਂ ਦੇ ਜਨਮ ਨਗਰ ਰੋਡੇ ਪਿੰਡ ਵਿੱਚ ਜਨਮ ਸਥਾਨ ਬਣਾਇਆ। ਇਹ ਮਹਾਂਪੁਰਖਾਂ ਦੀਆਂ ਸੇਵਾਵਾਂ ਹਨ। ਆਓ ਹੁਣ ਆਪਾਂ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ। ਜਦੋਂ ਫੇਰ ਕਦੇ ਸਮਾਂ ਮਿਲਿਆ ਤੇ ਫੇਰ ਜ਼ਰੂਰ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਵਾਂਗੇ। ਆਓ ਹੁਣ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਘਰ ਵਰ ਪਾਇਆ ਆਪਣਾ, ਹਉ ਮੈਂ ਦੂਰ